ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 4 ਮਾਰਚ ਅਤੇ ਸਮਾਂ ਜੀ ਸ਼ਾਮ ਦੇ 6:30 ਦਾ। ਅਤੇ ਤੁਸੀਂ ਮੇਰੇ ਨਾਲ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਤੁਸੀਂ ਰੇਡੀਓ ਪੰਜਾਬ ਟੁਡੇ ਦੀ ਐਪ, ਐਂਡਰੋਇਡ ਐਪ ਅਤੇ iOS ਐਪ 'ਤੇ ਸੁਣ ਸਕਦੇ ਹੋ। ਜਿਹੜੇ ਵੀਰਾਂ ਨੂੰ iOS ਨਹੀਂ ਲੱਭ ਰਹੀ ਸੀਗੀ ਉਹ ਹੁਣ ਟਰਾਈ ਕਰ ਲੈਣ, ਕਿਉਂਕਿ ਇਹਨੂੰ ਅਸੀਂ ਰੀਸੈਟ ਕੀਤਾ। ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ .com ਦੇ ਉੱਤੇ ਜਾ ਕੇ ਤਮਾਮ ਖਬਰਾਂ ਸੁਣ ਸਕਦੇ ਹੋ, ਖਬਰਾਂ ਪੜ੍ਹ ਸਕਦੇ ਹੋ ਅਤੇ ਸਾਡੇ ਵੀਡੀਓਜ਼ ਦੇਖ ਸਕਦੇ ਹੋ ਅਤੇ ਰੇਡੀਓ ਲਾਈਵ ਵੀ ਸੁਣ ਸਕਦੇ ਹੋ। ਟਿਊਨ ਇਨ ਦੇ ਉੱਤੇ ਵੀ ਰੇਡੀਓ ਪੰਜਾਬ ਟੂਡੇ .com ਅਤੇ ਹੋਰ ਵੀ ਪਲੈਟਫਾਰਮਸ ਨੇ ਜਿੱਥੇ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਸੁਣ ਸਕਦੇ ਹੋ। ਸੋ ਰੇਡੀਓ ਪੰਜਾਬ ਟੂਡੇ ਨੂੰ ਹਮੇਸ਼ਾ ਹੀ ਸਾਡੇ ਨਿਊਯਾਰਕ ਤੋਂ ਦੋਸਤਾਂ ਮਿੱਤਰਾਂ ਦੀ ਬਹੁਤ ਸਹਿਯੋਗ ਰਿਹਾ। ਉਹਨਾਂ ਦਾ ਸਹਿਯੋਗ ਕਦੇ ਨਹੀਂ ਭੁੱਲਿਆ ਜਾ ਸਕਦਾ। ਲਖਵਿੰਦਰ ਬੱਬੂ ਜੀ ਹੋਰਾਂ ਦਾ, ਬਾਈ ਜੀ, ਸਾਰੇ ਹੀ ਜਿੰਨੇ ਸਾਡੇ ਸੱਜਣ ਮਿੱਤਰ ਨੇ, ਗੁਰਜੀਤ ਬੁੱਟਰ ਜੀ ਹੋਰੀ ਅਤੇ ਤਮਾਮ ਕੁਲਦੀਪ ਸਿੰਘ ਹੋਰੀ। ਅੱਜ ਦਾ ਇਹ ਪ੍ਰੋਗਰਾਮ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਗਿਆ ਜੀ, ਜਿਹੜੇ ਪੰਜਾਬੀ ਅਤੇ ਇੰਗਲਿਸ਼ 'ਚ ਤੁਹਾਡੇ ਲਈ ਡਿਸਪੈਚ ਕਰਦੇ ਨੇ। ਤੁਸੀਂ ਲੋਕਲ ਏਰੀਆ ਜੋਬ ਕਰਨਾ ਚਾਹੁੰਦੇ ਹੋ, ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਤਾਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 CDL ਡਰਾਈਵਿੰਗ ਸਕੂਲ, ਜਿੱਥੇ ਤੁਸੀਂ ਸਕੂਲ ਬੱਸ ਡਰਾਈਵਰ ਬਣ ਸਕਦੇ ਹੋ, ਅੱਛੀ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ CDL ਕਲਾਸ A, B ਐਂਡ P ਦੀ ਟ੍ਰੇਨਿੰਗ ਵੀ ਲੈ ਸਕਦੇ ਹੋ। ਬੱਸ, ਟਰੱਕ, ਕਮਰਸ਼ੀਅਲ, ਟਰੈਕਟਰ, ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਇਹਨਾਂ ਦੇ ਡਰਾਈਵਰ ਇੰਸਟਰਕਟਰ ਬੜੇ ਪੈਸ਼ਨੇਟ ਨੇ, ਪ੍ਰੋਫੈਸ਼ਨਲ ਨੇ। ਤੁਹਾਨੂੰ ਫਰੀ ਸਟੇ ਐਂਡ ਪਿਕ ਐਂਡ ਡਰੋਪ ਦਿੱਤਾ ਜਾਂਦਾ ਹੈ। ਫੀਸ ਦੀ ਤੰਗੀ ਫੰਗੀ ਹੈ ਤਾਂ ਵੀ ਤੁਸੀਂ ਸਾਡੀ ਨਾਲ ਸੰਪਰਕ ਕਰ ਸਕਦੇ ਹੋ। 5406560985 540-655-0985 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਨਾਲ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਕੁਝ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017977354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਾ ਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਾ ਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਤਿ
ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ ਤੇ ਆਪਾਂ ਉਹਨਾਂ ਨਾਲ ਸਾਂਝ ਪਾਉਣੇ ਆ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਜੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਈਸੇਵਾਲ ਸਮੂਹਿਕ ਬਲਾਤਕਾਰ ਕੇਸ ਮਾਮਲੇ ਦੇ ਵਿੱਚ ਅਪਡੇਟ ਦਿਓ ਜੀ, ਕੀ ਹੈ, ਕਿਉਂਕਿ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਦੋਸ਼ੀ ਤੇ ਇਹਨਾਂ ਨੂੰ 16 ਠਹਿਰਾ ਦਿੱਤਾ ਗਿਆ ਸੀਗਾ ਜੀ, ਲੇਕਿਨ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਸਜ਼ਾ ਸੁਣਾਈ ਜਾਵੇਗੀ ਜੀ। ਅੱਜ ਬਕਾਇਦਾ ਤੌਰ ਤੇ ਇਹ 6 ਦੋਸ਼ੀਆਂ ਦੇ ਵਿੱਚੋਂ ਜਿਹੜੇ 5 ਦੋਸ਼ੀ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਤੇ ਨਾਲ ਲੱਖ ਰੁਪਏ ਜੁਰਮਾਨਾ ਤੇ ਇੱਕ ਜਿਹੜਾ ਨਾਬਾਲਗ ਸੀਗਾ ਵਿੱਚ ਉਹਨੂੰ 20 ਸਾਲ ਦੀ ਸਜ਼ਾ ਤੇ ਨਾਲ 50,000 ਰੁਪਏ ਜੁਰਮਾਨਾ ਕੀਤਾ ਗਿਆ ਜੀ। 2019 ਦੇ ਵਿੱਚ ਬਕਾਇਦਾ ਤੌਰ ਤੇ ਇਹ ਇੱਕ ਲੜਕਾ ਤੇ ਲੜਕੀ ਈਸੇਵਾਲ ਨਹਿਰ ਦੇ ਉੱਤੇ ਚਾਕਲੇਟ ਡੇ ਬਣਾਉਣ ਆਏ ਸੀਗੇ ਜੀ। ਜਿਸ ਤਰ੍ਹਾਂ ਵੈਲੈਂਟਾਈਨ ਡੇ ਮਨਾਇਆ ਜਾਂਦਾ ਉਸੇ ਤਰ੍ਹਾਂ ਚਾਕਲੇਟ ਡੇ ਮਨਾਇਆ ਜਾਂਦਾ। ਅੱਛਾ ਜੀ। ਇਹ ਮਨਾਉਣ ਆਏ ਸੀ ਤੇ ਮਨਾਉਣ ਤੇ ਆ ਕੇ ਇਹਨਾਂ ਜਿਹੜੇ ਸੀ ਗੁੰਡੇ ਉੱਥੇ ਮਿਸਕਿੰਟ ਜਿਹੜੇ ਸ਼ਰਾਰਤੀ ਬੰਦੇ ਸੀ ਉਹਨਾਂ ਨੇ ਇਹਨਾਂ ਦੀ ਪੁੱਛ ਪੜਤਾਲ ਕੀਤੀ, ਤੁਸੀਂ ਕੌਣ ਹੋ, ਕਿਉਂ, ਇਹ ਕੀ ਆ। ਤੇ ਇਹਨਾਂ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆ ਪਹਿਲਾਂ ਤਾਂ ਉਸ ਮੁੰਡੇ ਦੀ ਕੁੱਟਮਾਰ ਕੀਤੀ, ਉਹਨੂੰ ਫੱਟੜ ਕੀਤਾ ਜੀ। ਉਹਨੇ ਬਕਾਇਦਾ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨਹੀਂ ਆਈ। ਦੱਸੋ। ਪੁਲਿਸ ਆਈ ਨਹੀਂ ਤੇ ਉਹ ਲੜਕੀ ਨਾਲ ਕਰੀਬ ਉਹਨਾਂ 5-6 ਘੰਟੇ ਜਿਹੜੇ 6 ਬੰਦੇ ਸੀ ਉਹ ਵਾਰੀ ਰੇਪ ਕਰਦੇ, ਗੈਂਗ ਰੇਪ ਕੀਤਾ ਜੀ। ਮਾਰੋ। ਜਦੋਂ ਫਿਰ ਉੱਥੋਂ ਉਹਨਾਂ ਛੱਡਿਆ, ਫਿਰ ਉਹ ਥਾਣੇ ਗਏ, ਉਹਨਾਂ ਜਾ ਕੇ ਕੰਪਲੇਂਟ ਕੀਤੀ ਤੇ ਕੰਪਲੇਂਟ ਦੇ ਵਿੱਚ 10 ਬੰਦਿਆਂ ਦੇ ਖਿਲਾਫ ਪਰਚਾ ਦਿੱਤਾ ਗਿਆ ਤੇ 6 ਬੰਦੇ ਦੋਸ਼ੀ ਠਹਿਰਾਏ ਗਏ। ਅੱਛਾ ਜੀ। ਸ਼ਾਹ ਦੇ ਵਿੱਚੋਂ ਫਿਰ ਇਹ ਵੱਖ-ਵੱਖ ਇਲਾਕਿਆਂ ਦੇ ਸੀ, ਕੋਈ ਲੁਧਿਆਣੇ ਦਾ ਸੀ, ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਸੀ, ਇੱਕ ਜੰਮੂ ਕਸ਼ਮੀਰ ਦੇ ਰਹਿਣ ਵਾਲਾ ਸੀਗਾ, ਇਹ ਸਾਰੇ ਵੱਖਰੇ ਸੀਗੇ। ਤੇ ਇਹਨਾਂ ਛਿਆਂ ਨੂੰ ਜਿਹੜਾ ਸੀ ਅੱਜ ਬਕਾਇਦਾ ਤੌਰ ਤੇ ਜਿਹੜੀ ਸਾਡੇ ਰਸ਼ਮੀ ਸ਼ਰਮਾ ਜੀ ਨੇ ਐਡੀਸ਼ਨਲ ਸੈਸ਼ਨ ਜੱਜ, ਉਹਨਾਂ ਨੇ ਧਾਰਾ 397, 376 ਡੀ ਜੀ, 376 ਹੁੰਦੀ ਆ ਬਲਾਤਕਾਰ ਦੀ ਤੇ ਜਿਹੜੀ 376 ਡੀ ਹੁੰਦੀ ਆ ਗੈਂਗ ਰੇਪ ਦੀ, ਸਮੂਹਿਕ ਬਲਾਤਕਾਰ ਦੀ। ਧਾਰਾ 364, 354, 341, 427, 342, 323 ਤੇ 66 ਈ ਸੂਚਨਾ ਟੈਕਨੋਲੋਜੀ ਜੀ। ਇਹਨਾਂ ਧਾਰਾਵਾਂ ਦੇ ਤਹਿਤ ਬਕਾਇਦਾ ਤੌਰ ਤੇ ਉਹਨਾਂ ਸਾਰਿਆਂ ਨੂੰ ਸਜ਼ਾ ਸੁਣਾਈ ਗਈ ਆ। ਤੇ ਸਾਡੇ ਤੁਹਾਨੂੰ ਪਤਾ ਸਿਸਟਮ ਬੜਾ ਹੋਰ ਤਰ੍ਹਾਂ ਦਾ, ਬੜੀਆਂ ਅਦਾਲਤਾਂ ਉੱਤੇ ਬੈਠੀਆਂ ਨੇ, ਸੁਪਰੀਮ ਕੋਰਟ ਬੈਠੀ ਆ, ਉੱਥੇ ਜਾਣਗੇ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਮੀਦ ਘੱਟ ਆ। NDPC ਤੇ ਬਲਾਤਕਾਰ ਦੇ ਕੇਸ ਜਿਹੜੀਆਂ ਉੱਪਰ ਹੈਗੀਆਂ ਅਪੈਕਟ ਸੋਰਸ ਜਿਹੜੀਆਂ ਉਹ ਘੱਟ ਹੀ ਸੁਣਾਈ ਕਰਦੀਆਂ ਜੀ। ਉਹੀ ਫੈਸਲਾ ਬਾਹਰ ਰੱਖਦੀਆਂ ਜਿਹੜੀਆਂ ਥੱਲੇ ਵਾਲੀਆਂ ਕੋਰਟਾਂ ਨੇ ਬਾਹਰ ਰੱਖਿਆ ਹੁੰਦਾ, ਤੇ ਇਸ ਕਰਕੇ ਹੁਣ ਇਹਨਾਂ ਨੂੰ ਲੱਗਦਾ ਵੀ ਉਮਰ ਕੈਦ ਤੇ ਭੁਗਤਣੀ ਪਊਗੀ। ਬੇਸਿਕਲੀ ਜਿਹੜਾ ਨਿਰਭਇਆ ਕਾਂਡ ਸੀ ਉਦੋਂ ਕਿਹਾ ਗਿਆ ਸੀ ਬਕਾਇਦਾ ਤੌਰ ਤੇ ਵੀ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੀ ਫਾਂਸੀ ਦਿੱਤੀ ਜਾਵੇ, ਲੇਕਿਨ ਪੋਸੀਬਿਲਿਟੀ ਵੀ ਹਾਈ ਕੋਰਟ ਸਜ਼ਾ ਵਧਾ ਵੀ ਸਕਦੀ ਜੇ ਹਾਈ ਕੋਰਟ ਕਹੇ ਜੀ। ਜੀ ਪੱਟੀ ਸਾਹਿਬ, ਵੈਸੇ ਵੇਖੀਏ ਤਾਂ ਬੜੇ ਕੇਸ ਨੇ ਹਜੇ, ਸ਼ਾਇਦ ਮੈਂ ਤੁਹਾਨੂੰ ਸਵਾਲ ਪਹਿਲਾਂ ਕਰਨਾ ਚਾਹੀਦਾ ਸੀ, ਪਰ ਇਹਦੇ ਵਿੱਚ ਇਹ ਹੈ ਕਿ ਬੜੇ ਕੇਸ ਨੇ ਜਿੱਥੇ ਫਾਂਸੀ ਦੀਆਂ ਸਜ਼ਾਵਾਂ ਵਾਲੇ ਹਜੇ ਵੀ ਲਟਕਦੇ ਫਿਰਦੇ ਨੇ। ਜੇ ਸਿੱਧੇ ਤੌਰ 'ਤੇ ਭਾਈ ਰਾਜੋਵਾਲ ਦੀ ਗੱਲ ਹੀ ਕਰ ਲਈਏ, ਦੇਖੋ ਕਿੰਨਾ ਸਮਾਂ ਹੋ ਗਿਆ, ਪਰ ਉਹ ਤਾਂ ਚਲੋ ਇੱਕੋ ਉਹਦੇ ਉੱਤੇ ਹੈਗਾ, ਤੁਸੀਂ ਕਰ ਸਕਦੇ ਹਾਂ ਆਪਾਂ ਉਹਦੇ ਉੱਤੇ ਵਾਟ ਯੂ ਕਾਲ ਉਹਨਾਂ ਦੀ ਭਾਈ ਹਵਾਰਾ ਦੀ ਜਿਹੜੀ ਆ ਪੈਂਡਿੰਗ ਪਈ ਆ ਪਟੀਸ਼ਨ, ਇਸ ਕਰਕੇ ਹੈ, ਪਰ ਬਹੁਤ ਕੇਸ ਆ ਅਜੇ ਤੱਕ। ਪਿਛਲੇ ਸਮੇਂ ਦੇ ਵਿੱਚ ਜਿਹੜੇ 5000 ਬੰਦਿਆਂ ਨੂੰ ਵੱਖ-ਵੱਖ ਕੇਸਾਂ 'ਚ ਫਾਂਸੀ ਦੀਆਂ ਸਜ਼ਾ ਸੁਣਾਈਆਂ ਗਈਆਂ ਜੀ। ਉਹਨਾਂ ਦੇ ਵਿੱਚੋਂ ਕਰੀਬ 1400 ਰਹਿ ਗਏ ਸੀ, ਬਾਕੀ ਸਾਰੇ ਫਾਂਸੀ ਸਜ਼ਾ ਮਾਫ ਹੋ ਗਈਆਂ ਸੀ ਜੀ। ਤੇ ਜਿਹੜੇ 14 ਸੀ ਉਹ ਅਜੇ ਵੀ ਲਟਕਦੇ ਫਿਰਦੇ ਨੇ, ਫਾਂਸੀ ਤੇ ਦਿੱਤੀ ਨਹੀਂ ਜਾਂਦੀ। ਉਹਨਾਂ ਦੀ ਜਿਹੜੀ ਅਪੀਲ ਆ ਜਦੋਂ ਰਾਸ਼ਟਰਪਤੀ ਕੋਲ ਜਾਂਦੀ ਉਹ ਕਈ ਸਾਲ ਉੱਥੇ ਪਈ ਰਹਿੰਦੀ, ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ। ਕਿਉਂ ਸਾਡੇ ਹਿਊਮਨ ਰਾਈਟਸ ਵਾਲੇ ਵੀ ਆ ਜਾਂਦੇ, ਤੁਸੀਂ ਵੇਖੋ ਨਾ, ਤੁਸੀਂ ਅੱਜ ਤੋਂ 40 ਸਾਲ ਪਿੱਛੇ ਚੱਲ ਜਾਓ, ਜੇ ਕਿ ਬੰਦਾ ਕਿਸੇ ਕੁੜੀ ਨੂੰ ਜਾਂ ਜਨਾਨੀ ਨੂੰ ਛੇੜਦਾ ਸੀ ਨਾ ਜੀ, ਥਾਣੇ ਵਾਲੇ ਬਕਾਇਦਾ ਤੌਰ ਤੇ ਮੂੰਹ ਕਾਲਾ ਕਰਕੇ ਥਾਣੇ ਅੱਗੇ ਬੰਨ ਦਿੰਦੇ ਸੀ। ਤੇ ਉਹਦੇ ਕੋਲ ਕਈ ਪ੍ਰਕਾਰ ਦੇ ਅਫਵਾਹ ਖੋਂਦੇ ਸੀ ਕਿ ਤੂੰ ਕਿ ਆਪਣੀ ਭੈਣ ਨੂੰ ਛੇੜਿਆ, ਮੈਂ ਕੁੱਤਾ, ਮੈਂ ਲੁੱਚਾ, ਮੈਂ ਲੰਡਾ, ਸਭ ਕੁਝ ਖੋਂਦੇ ਸੀ। ਅੱਜ ਕੱਲ ਤੁਸੀਂ ਕਰਕੇ ਦੇਖੋ ਤੇ ਹਿਊਮਨ ਰਾਈਟਸ ਉਸੇ ਲੈ ਜਾਂਦੇ ਵੀ ਹਾਂ ਵੀ ਇਹਦੇ ਵੀ ਕੋਈ ਰਾਈਟਸ ਹੈਗੇ ਨੇ ਜੀ।
ਇਸ ਕਰਕੇ ਪੁਲਿਸ ਉਹ ਪੰਗਾ ਨਹੀਂ ਲੈਂਦੀ, ਜਿਹਦੇ ਕਰਕੇ ਥੋੜਾ ਜਿਹਾ ਜ਼ਿਆਦਾ ਇਹ ਕੰਮ ਹੋ ਰਿਹਾ। ਜੇ ਕਿਤੇ ਉਸੇ ਤਰੀਕੇ ਨਾਲ ਥੋੜਾ ਜਿਹਾ ਇਹਨਾਂ ਨੂੰ ਟੌਰਚਰ ਕੀਤਾ ਜਾਵੇ, ਕੁੱਟਮਾਰ ਕਰਨ ਇਹੋ ਜਿਹੀ ਸਮਝ ਦਿੱਤੀ ਜਾਵੇ ਤੇ ਜ਼ਿਆਦਾ ਉਹ ਕੰਮ ਵਧੀਆ ਕੰਮ ਜ਼ਿਆਦਾ ਵੀ ਡਾਂਗ ਫੇਰੀ ਹੋਵੇ ਨਾ, ਫਿਰ ਉਹਦਾ ਹੀ ਦਹਿਸ਼ਤ ਤਾਂ ਉਸੇ ਦੀ ਪੈਂਦੀ ਆ। ਬਿਲਕੁਲ 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 ਬਿਲਕੁਲ। ਹੁਣ ਤੋਂ ਤਾਂ ਗਾੜੀ ਮੁੱਕ ਗਈ। ਪਰ ਮੈਨੂੰ ਹੈਰਾਨੀ ਦੇਖੋ ਇਹੋ ਜਿਹੀ ਹੁੰਦੀ ਹੈ ਕਿ ਅੱਜ ਕੱਲ੍ਹ ਸਿੱਧੇ ਤੌਰ ਦੇ ਉੱਤੇ ਆਪਾਂ ਕਹਿ ਦਿੰਦੇ ਹਾਂ ਕਿ ਕਹਿਣੀ ਨਹੀਂ ਚਾਹੀਦੀ। ਬੱਚੇ ਜਦੋਂ ਪਾਰਕਾਂ 'ਚ ਬੈਠੇ ਹੁੰਦੇ ਆ ਅਤੇ ਉੱਥੇ ਜਦੋਂ ਹਰਕਤਾਂ ਕਰਦੇ ਆ ਅਤੇ ਉਹਨਾਂ ਨੂੰ ਦੇਖ ਕੇ ਜੇ ਕੋਈ ਅਵਾਰਾ ਕਿਸਮ ਦੇ 4-5 ਬੰਦੇ ਆ ਜਾਣ ਤਾਂ ਫਿਰ ਤੁਸੀਂ ਸਮਝ ਲੈਂਦਾ ਵੀ ਕੁੜੀ ਤੇ ਹੀ ਦੋਸ਼ ਲੱਗਦੇ ਆ। ਵੱਧ ਚੱਲਣ ਦੇ ਬੰਦੇ ਨੂੰ ਕੌਣ ਕਹਿੰਦਾ ਕੋਈ? ਇੱਕ ਗੱਲ ਦੱਸੋ, ਵੀ ਬਦਕਿਸਮਤੀ ਆ ਲੜਕੀ ਹੋਣ ਦੇ ਨਾਤੇ ਉਹਨਾਂ ਦੀ, ਠੀਕ ਹੈ ਜੀ। ਬੰਦਾ ਤੇ ਫਿਰ ਬਾਤ ਹੋ ਕਿਹੋ ਜਿਹਾ ਹੋ ਜਾਂਦਾ ਜੀ, ਦੀ ਕੋਈ ਗੱਲ। ਹਾਂ, ਪਰ ਬੱਚੀ ਜਿਹੜੀ ਹੁੰਦੀ ਆ ਬੇਸ਼ੱਕ ਉਦੋਂ ਨਹੀਂ ਪਤਾ ਹੁੰਦਾ, ਪਰ ਉਹਨਾਂ ਨੂੰ ਇੰਨਾ ਕੁ ਚਾਹੀਦਾ ਕਿ ਇਹ ਜਿਹੜੀਆਂ ਹਰਕਤਾਂ ਓਪਨ ਦੇ ਵਿੱਚ ਕਰਨੀਆਂ ਇਹ ਵੀ ਬੜੀਆਂ ਗਲਤ ਹੁੰਦੀਆਂ। ਸੋ ਉਹਦਾ ਫਾਇਦਾ ਬੜੇ ਪਹਿਲਾਂ ਤਾਂ ਚਲੋ ਹੁਣ ਥੋੜ੍ਹੇ ਜਿਹੇ ਸਟਰੋਂਗ ਹੋ ਗਏ, ਫਾਇਦੇ ਤਾਂ ਪਹਿਲਾਂ ਵੀ ਬੜੇ ਨਜਾਇਜ਼ ਚੁੱਕਦੇ ਰਹੇ ਨੇ ਲੋਕ। ਹੁਣ ਸਾਡੇ ਇੱਥੇ ਪਾਰਕ ਹੈ, ਉਹਦੇ ਵਿੱਚ ਬੜੇ 3-4 ਪਾਰਕਾਂ ਦੇ ਵਿੱਚ ਜਦੋਂ ਪੁਲਿਸ ਨੂੰ ਇਹ ਗੱਲ ਕਹੀ, ਕਹਿੰਦੇ ਜੀ ਅਸੀਂ ਕੀ ਕਰੀਏ। ਪਹਿਲਾਂ ਤਾਂ 180 ਕਿ 80 ਹੁੰਦੀ ਸੀ, ਇੱਕ ਅਵਾਰਾਗਰਦੀ ਦੇ ਦੋਸ਼ 'ਚ ਪਰਚਾ ਦੇ ਦਿੰਦੇ ਸੀਗੇ। ਪਰ ਕਾਨੂੰਨ ਤਾਂ ਹਜੇ ਵੀ ਹੈਗਾ ਕਿ ਓਪਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਹਰਕਤਾਂ ਨਹੀਂ ਕਰ ਸਕਦੇਗੇ। ਪਰ ਪੁਲਿਸ ਵੀ ਨਪੁੰਸਕ ਹੋਈ ਪਈ ਆ। ਇੱਥੇ ਇੱਕ SSP ਹੁੰਦੇ ਸੀ, ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਹੈ ਨਹੀਂ। ਕਹਿੰਦੇ ਅੱਗੇ DSP ਸਾਡਾ ਆਈ ਗੋਲੀ ਮਾਰ ਕੇ ਮਰ ਗਿਆ, ਕਹਿੰਦੇ ਜੈਤੋਂ ਦੇ ਵਿੱਚ ਕਮਿਊਨਿਟੀ ਪੁਲਿਸਿੰਗ ਕਰਦਾ। ਪਰ ਪੁਲਿਸ ਵਾਕਿਆ ਤੁਹਾਡੇ ਵਾਲੀ ਗੱਲ ਹੈ ਕਿ ਜਿਹੜੇ ਬੱਚੇ ਵੀ ਇਸ ਤਰ੍ਹਾਂ ਕਰਦੇ ਉਹਨਾਂ 'ਤੇ ਵੀ ਡਾਂਗ ਫੇਰੀ ਹੋਵੇ, ਸ਼ਾਇਦ ਉਹ ਘੱਟੋ ਘੱਟ ਓਪਨ ਦੇ ਵਿੱਚ ਤਾਂ ਨਾ ਕਰਨ, ਆਪਣੀ ਮਰਿਆਦਾ ਨਾ ਭੁੱਲਣ। ਬਿਲਕੁਲ ਜੀ, ਤੁਹਾਡੀ ਗੱਲ ਠੀਕ ਆ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਤੁਸੀਂ ਚੱਲ ਜਾਓ ਕਿਤੇ, ਉੱਥੇ ਮੈਂ ਅੱਜ ਦੀ ਗੱਲ ਨਹੀਂ ਕਰਦਾ, ਮੈਂ ਤੁਹਾਨੂੰ ਕੋਈ 30 ਸਾਲ ਪੁਰਾਣੀ ਗੱਲ ਕਰਦਾ ਜੀ। ਉੱਥੇ ਜੋੜੇ ਬੈਠੇ ਨੇ, ਉਹ ਆਪਣੀ ਗੱਲਾਂ ਤੋਂ ਕੰਮ ਜਿਹੜੀਆਂ ਗੱਲਾਂ ਬਾਤਾਂ ਮਾਰ ਰਹੇ, ਸਭ ਕੁਛ ਕਰ ਰਹੇ ਆ, ਲੇਕਿਨ ਬੱਚੇ ਕੋਲ ਖੇਡ ਰਹੇ ਨੇ ਫੁੱਟਬਾਲ, ਉਹਨੂੰ ਕੋਈ ਚੇਤਾ ਨਹੀਂ ਕੌਣ ਨਹੀਂ ਹੈਗੀ। ਇਸ ਕਰਕੇ ਇਹ ਵੀ ਸਾਡੀ ਥੋੜੀ ਜਿਹੀ ਬਦਕਿਸਮਤੀ ਆ ਕਿ ਅਸੀਂ ਜਿਹੜਾ ਨੈਤਿਕਤਾ ਜਿਹੜਾ ਪੜ੍ਹਾਈ ਛੱਡ ਦਿੱਤੀ ਹੈ ਨਾ, ਇਹ ਬੜੀ ਗਲਤ ਹੋ ਗਈ। ਸਾਡਾ ਕੋਈ ਜਿਹੜਾ ਮੋਰੈਲਿਟੀ ਦਾ ਕੋਈ ਚੈਪਟਰ ਨਹੀਂ ਰਿਹਾ ਐਜੂਕੇਸ਼ਨ ਵਿੱਚ ਜੀ। ਜੇ ਮੋਰੈਲਿਟੀ ਦਾ ਚੈਪਟਰ ਨਹੀਂ, ਸਾਡੇ ਕੋਲ ਨੈਤਿਕਤਾ ਹੋਣੀ ਕਿੱਥੋਂ ਫਿਰ? ਇਹ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਆ ਵੀ ਇਹਦਾ ਵੀ ਓਪਨ ਨਹੀਂ ਹੋਣਾ ਚਾਹੀਦਾ। ਜਿੰਨਾ ਕਿ ਓਪਨ ਹੋ ਜਾਂਦਾ ਤੇ ਮੁੜ ਕੇ ਫਿਰ ਉਹ ਜਿਹੜੀ ਪ੍ਰੋਬਲਮ ਕ੍ਰੀਏਟ ਕਰਦੇ ਆ ਜੀ। ਬਿਲਕੁਲ, ਅੱਜ ਦਾ ਟੌਪਿਕ ਵੀ ਸਾਡਾ ਇਹੀ ਹੈ ਜੀ। ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ, ਰਿਸ਼ਤੇਦਾਰ ਸੀ SSP ਦਾ ਗੱਲ ਸੁਣਾਈ ਜੀ। ਉਹ ਸਿੱਧੇ ਥਾਣੇਦਾਰ ਭਰਤੀ ਹੋਏ ਸੀ। ਉਹ ਕਹਿੰਦੇ ਵੀ ਮੈਂ ਕੱਥੋਂ ਲੱਗਣ ਲੱਗਾ ਸੀ ਐਸਆਈ ਸੀ, ਮੈਂ ਉਹਨੂੰ ਉੱਥੇ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਗਰੀਬ ਬੰਦਾ ਸੀ ਤੇ ਉਹਦੀ ਸ਼ਰਾਬ ਫੜਾਤੀ ਕੋਈ 2-3 ਬੋਤਲਾਂ ਜੀ। ਤੇ ਮੈਨੂੰ ਉੱਥੇ ਤਰਸ ਆਇਆ ਜੋ ਫੜਨ ਗਿਆ ਵੀ ਇੱਕ ਕਮਰਾ ਉਹਦੇ ਉੱਥੇ ਗਾਂ ਬੱਧੀ ਆ, ਉੱਥੇ ਉਹ ਆਪ ਮੀਆਂ ਵੀ ਸੁੱਤੇ, ਉੱਥੇ ਇੱਕ ਬੱਚਾ ਉਹਨਾਂ ਕੋਲੇ ਇੱਕੇ ਕਮਰੇ 'ਚ ਜੀ। ਤੇ ਬਾਹਰ ਓਪਨ ਜਿਹੜੀ ਉਹਨੇ ਰਸੋਈ ਹੈ, ਉੱਥੇ ਭਾਂਡੇ, ਉੱਥੇ ਸਾਰਾ ਸਮਾਨ ਕਮਰੇ, ਉੱਥੇ ਅੰਦਰ ਗਾਂ ਬੱਧੀ ਰਾਤ ਸਿਆਲ ਦੇ ਵਿੱਚ ਜੀ। ਕਹਿੰਦੇ ਮੈਨੂੰ ਤਰਸ ਉੱਤੇ ਪੜਿਆ ਵੀ ਜੇ ਬੋਤਲਾਂ ਵਿਕਣੇ ਫਰਕ ਹੀ ਪੈ ਗਿਆ। ਉਹ ਬੰਦੇ ਦੀ ਮੈਂ ਮਦਦ ਕੀਤੀ, ਮੈਂ ਉਹਨੂੰ ਕਿਹਾ ਭਾਈ ਤੈਨੂੰ ਪਰਚਾ ਤੇ ਦੇਣਾ ਪੈਣਾ, ਮੈਂ ਤੇਰੀ ਮਦਦ ਕਰੂੰਗਾ ਜੀ, ਤੈਨੂੰ ਬਰੀ ਕਰੂੰਗਾ। ਪਰ ਤੂੰ ਇੱਕ ਗੱਲ ਕਰੀ ਵੀ ਜਿਹਨੇ ਤੇਰੀ ਸ਼ਰਾਬ ਫੜੇ ਉਹਨਾਂ ਦਾ ਖਿਆਲ ਰੱਖੀ ਕੌਣ ਨੇ ਤੇ ਉਹਨਾਂ ਦੀ ਪਾਪਾ ਉਹਦਾ ਰੇਡ ਕਰ। ਉਹ ਵੱਡੇ ਸਰਦਾਰ ਸਾਹਿਬ ਜਿੱਦਾਂ ਫੜਾਈ ਸੀਗੀ ਜੀ, ਉਹਨਾਂ ਨੇ ਡਰਮ ਕੱਢਣੇ ਸੀ ਤੇ ਉਹਨੂੰ ਜਾ ਕੇ ਦੱਸਦਾ ਵੀ ਸਰਦਾਰ ਜੀ ਡਰਮ ਕੱਢਣੇ ਚਾਹੁੰਦੇ। ਉਹਨਾਂ ਐਕਸਾਈਜ਼ ਵਾਲਿਆਂ ਨੂੰ ਫੋਨ ਕਰਦਾ ਆਪਣੀ ਗੱਡੀ ਗੁੱਡੀ ਨਾਲ ਲੈ ਕੇ ਆਓ ਤੇ ਮੋਟਾ ਮਾਲ ਫੜਨਾ। ਉਹ ਜਦੋਂ ਕਹਿੰਦੇ ਗਏ, ਅਸੀਂ ਐਕਸਾਈਜ਼ ਵਾਲੇ ਨੂੰ ਲੈ ਕੇ ਨਾਲ ਗਏ ਤੇ ਬਕਾਇਦਾ ਤੌਰ ਤੇ ਡਰਮ ਪਾਏ, ਡਰਮ ਨਿਕਲਦੇ ਫੜਨੇ, ਬੰਦੇ ਵੀ ਫੜਨੇ ਤੇ ਅਸੀਂ ਸ਼ਰਾਬ ਦੀ ਭੱਠੀ ਫੜਨੀ ਹੈ ਜੀ। ਤੇ ਉਹਨਾਂ ਦੇ ਪਿੱਛੇ 2 ਵੱਡੇ ਲੀਡਰ ਆਏ। ਅੱਛਾ ਜੀ, ਛਡਾਉਣ ਤੁਸੀਂ ਗਲਤ ਕੀਤਾ ਹੈ ਬੰਦੇ ਸਾਡੇ ਸੀ, ਤੁਹਾਡੀ ਜੁੱਤ ਕਿਵੇਂ ਪਈ ਉਹਦੇ ਫੜਨ ਵਾਸਤੇ? ਜੇ ਅਸੀਂ ਜਿਹੜਾ ਜਰਨੈਲ ਸਿੰਘ SOC ਜੋ ਵਿਚਾਰਾ ਦਰਕੀ ਜਾਵੇ, ਨਹੀਂ ਜੀ ਸਰਦਾਰ ਜੀ ਮੈਨੂੰ ਤੇ ਪਤਾ ਨਹੀਂ, ਐਕਸਾਈਜ਼ ਵਾਲੇ ਆਏ ਸੀ ਉਹਦਾ ਫੜਿਆ ਜੇ ਕੀਤਾ। ਉਹ ਕਹਿੰਦੇ ਜੀ ਮੈਂ ਉਦੋਂ ਐਡੀਸ਼ਨਲ SOC, ਉਦੋਂ ਇਹਨਾਂ ਨੇ ASI SOC ਲਾਉਣੇ ਸੀਗੇ। ਅੱਛਾ ਜੀ, ਮੈਂ ਉਸ ਲਾਈਨ ਦੇ ਵਿੱਚ ਸੀਗਾ। ਤੇ ਮੈਂ ਸੋਚਿਆ ਵੀ ਹੁਣ ਮੈਨੂੰ ਆਪਣੇ ਦੀ ਮਦਦ ਕਰਨੀ ਚਾਹੀਦੀ SOC ਦੀ, ਤੇਰੇ ਬੇਇੱਜ਼ਤੀ ਕਰਨੇ ਦੀ। ਤੇ ਮੈਂ ਸਿਰ ਸੁਰ ਲਾ ਕੇ ਬੈਠਾ ਸੀਗਾ ਜੀ। ਸਵੇਰ ਦਾ ਟਾਈਮ ਸੀ, ਮੈਂ ਕਿਹਾ ਮੁਨਸ਼ੀ ਲਿਆਓ ਡਾਕ ਕੱਢ ਕੇ ਆ ਬਣਾਓ ਵੱਡੇ ਸਰਦਾਰ, ਮੈਂ ਇਹਨਾਂ ਜਰੀਕ ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਉਹ ਬਕਾਇਦਾ ਤੌਰ ਤੇ ਆਪਣੀ ਕਾਰ ਭਜਾ ਕੇ ਲੈ ਗਏ। ਅੱਛਾ ਜੀ। ਉਹ ਅਗਲੇ SSP ਜਿੱਥੇ ਗੁਰਬਚਨ ਜਗਤ ਹੁੰਦੇ ਸੀ ਉਹਨਾਂ ਕੋਲ ਪੇਸ਼ ਹੋ ਗਏ। ਅੱਛਾ ਜੀ। ਪੇਸ਼ ਹੋਣ ਤੇ ਉਹਨਾਂ SOC ਵੀ ਸੱਦ ਲਿਆ ਤੇ ASI ਵੀ ਸੱਦ ਲਿਆ। ASI ਕਹਿੰਦਾ ਵੀ ਮੈਂ ਸਾਰੀ ਗੱਲ ਹੂਬਹੂ ਦੱਸਦੀ ਉਹਨਾਂ ਨੂੰ। ਮੈਂ ਕਿਹਾ ਜੀ ਆਹ ਗੱਲ ਜੇ ਇਹਨਾਂ ਨੇ ਮੇਰੀ ਇਨਫੋਰਮੇਸ਼ਨ ਸੀ ਸਾਨੂੰ ਤੇ ਅਸੀਂ ਨੇ ਜੇ ਸ਼ਰਾਬ ਫੜ ਲਈ ਆ ਬੰਦੇ ਆ ਐਕਸਾਈਜ਼ ਵਾਲੇ ਗਏ ਸੀ ਆਪਣੇ ਕੋਲ ਲੈ ਕੇ ਆਏ।
ਦੱਸੋ ਜੀ ਗੁਨਾਹ ਕੀ ਕੀਤਾ? ਕਹਿੰਦੇ ਚਲੋ ਕਾਕਾ ਖਿਆਲ ਰੱਖੋਗੇ, ਥੋੜਾ ਜਿਹਾ ਇਹਨਾਂ ਦਾ ਮਾੜਾ ਸਮਾਨ ਕਰਦੇ ਕੋਈ ਜੋ ਐਸ਼ ਕਰੋਗੇ ਜੀ। ਉਹ ਕਹਿੰਦੇ ਉਦੋਂ ਫਿਰ ਮੇਰੇ ਤੇ ਜਿਹੜਾ ਸੀ ਬਕਾਇਦਾ ਤੌਰ ਤੇ ਇਨਕੁਆਇਰੀ ਪਾ ਦਿੱਤੀ ਕਿ ਉਦੋਂ ਮਾਂਗੜ ਸਾਹਿਬ DIG ਹੁੰਦੇ ਸੀ ਜਲੰਧਰ ਰੇਂਜ ਦੇ। ਅੱਛਾ ਜੀ। ਉਹਨਾਂ 'ਚ ਇੱਕ ਆਗੂ ਉਹਨਾਂ ਦਾ ਰਿਸ਼ਤੇਦਾਰ ਸੀ, ਸਿੱਧਾ ਗਿਆ ਤੇ DSP ਨੂੰ ਸਰ ਪਾਸ ਕਰਕੇ ਉਹਨੂੰ ਲਾਈਨ ਜੇ ਕਰਤਾ। ਅੱਛਾ ਜੀ। ਤੇ ਉਦੋਂ DSP ਦੀ ਪਾਵਰ ਬੜੀ ਹੁੰਦੀ ਸੀ ਵੈਸੇ। ਬਿਲਕੁਲ ਹਾਂ। ਮਤਲਬ SSP ਨੂੰ ਪਾਸੇ ਕਰਕੇ ਤੇ DIG ਨੇ ਕਰ ਦਿੱਤਾ, ਸਾਈਲੈਂਟ ਕਰਕੇ ਉਹਨੂੰ ਲਾਈਨ ਜੇ ਕਰਤਾ। ਕਹਿੰਦੇ ਵੀ ਮੈਂ ਉਦੋਂ ਲੱਗਣਾ ਸੀ SHO, ASI SHO ਲਾਉਣੇ ਸੀ ਉਦੋਂ ਇਹਨਾਂ ਨੇ ਜੀ। ਮੇਰੇ ਸਾਥੀ ਸਾਰੇ ਲੱਗੇ ਤੇ ਮੈਨੂੰ 1.5 ਸਾਲ ਰਗੜਾ ਲੱਗਾ ਉਹਦਾ। ਅੱਛਾ। ਤੇ ਜਿਹੜਾ ਮੇਰਾ ਉਸਤਾਦ ਸੀ, ਮੈਂ ਜਾ ਕੇ ਕਿਹਾ ਜਨਾਬ ਤੁਹਾਡੇ ਕੋਈ ਕੰਮ ਸਿੱਖਿਆ ਤੇ ਮੇਰੇ ਤੇ ਆ ਭੀੜ ਬੜੀ ਹੈ ਨਾ, ਤੈਨੂੰ ਪਹਿਲਾਂ ਕੀ ਸਮਝਾਇਆ ਸੀ? ਪਹਿਲਾਂ ਨਹੀਂ ਕੀ ਸਮਝਾਇਆ ਤੈਨੂੰ? ਹਾਂ। ਕਹਿੰਦਾ ਜਦੋਂ ਵੀ ਕਿਤੇ ਜਾ ਕੇ ਲੱਗਣਾ ਨਾ ਤੇ ਜਿਹੜੇ ਮੋਤਬਰ ਬੰਦੇ ਨੂੰ ਜਾ ਕੇ ਦੱਸ ਦੇਣਾ, ਜਿਹੜੇ ਇਨਫਲੂਐਂਸ ਵਿਅਕਤੀ ਹੈ ਉਹਨਾਂ ਨੂੰ ਕਹਿਣਾ ਵੀ ਸਰਦਾਰ ਜੀ ਮੈਂ ਇੱਥੇ ਲੱਗਿਆ, ਕੋਈ ਸੇਵਾ ਹੀ ਦੱਸੋ ਤੁਸੀਂ ਜੀ। ਜੇ ਕੋਈ ਲੁੱਚਾ ਲੰਡਾ ਤੁਹਾਨੂੰ ਫੜ ਕੇ ਡਾਂਸ ਫਿਰ ਚੌਂਕ 'ਚ ਲੋਕੀ ਕਹਿੰਦੇ ਸਾਇਦ ਬੜਾ ਸਖਤ ਆ ਗਿਆ। ਇਹ ਮਾਨਸਿਕਤਾ ਵਾ ਪੁਲਿਸ ਦੀ ਜੀ। ਤੇ ਫਿਰ ਇਨਸਾਫ ਕਿੱਥੋਂ ਮਿਲਣਾ ਤੁਹਾਨੂੰ ਪਤਾ ਹੈ। ਤੇ ਜਦੋਂ ਬੰਦੇ ਨੂੰ ਵੇਖੋ, ਜਿਹੜੇ ਬੰਦੇ ਨੂੰ 1.5 ਸਾਲ ਤੁਸੀਂ ਜਿਹੜਾ ਰਗੜਿਆ ਪੂਰਾ 1.5 ਸਾਲ ਦੀ ਪ੍ਰਮੋਸ਼ਨ ਲੇਟ ਹੋ ਗਈ, ਉਹ ਬੰਦਾ ਕੰਮ ਕਿਉਂ ਕਰੂਗਾ? ਰੌਲਾ ਤਾਂ ਆਹੀ ਹੈ ਨਾ ਜੀ, ਰੌਲਾ ਤਾਂ ਆਹੀ ਹੈ। ਜਿਹੜਾ ਬੰਦਾ ਕੋਈ ਕੰਮ ਕਰਦਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ। ਜੀ 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 ਜੀ। ਸਾਡੇ ਨਾ ਇੱਕ ਉੱਥੇ ਬਾਅਦ ਦੇ ਵਿੱਚ ਥਾਣੇਦਾਰ ਆਇਆ ਤੇ ਉਹਨੂੰ ਕਹਿੰਦੇ ਹੁੰਦੇ ਸੀਗੇ ਸਰਬਜੀਤ ਸਿੰਘ ਸ਼ਕਤੀਮਾਨ। ਇੱਕ ਦਾ ਕੱਦ ਕਾਠ ਦਾ ਚੰਗਾ ਸੀ, ਉਹ ਬਸ ਉਹ ਖੜ ਹੀ ਜਾਂਦਾ ਸੀ ਜਾ ਕੇ ਤੇ ਕਹਿਣ ਸੁਸਰੀ ਵਾਂਗੂ ਸੌਂ ਜਾਂਦੇ ਸੀ। ਹਾਂਜੀ। ਸੋ ਤੁਸੀਂ ਜੀ ਪਲੀਜ਼ ਇਹ ਜਿਹੜੀ ਗੱਲ ਅਸੀਂ ਕੀਤੀ ਅੱਜ, ਇਹਦਾ ਵਿਸ਼ਾ ਇਹੀ ਹੈ ਕਿ ਬੱਚਿਆਂ ਨੂੰ, ਜਿਹੜੇ ਨੌਜਵਾਨ ਨੇ, ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਕਿ ਦੇਖੋ ਪ੍ਰਾਈਵੇਟ ਲਾਈਫ ਹੈ, ਪਰ ਪ੍ਰਾਈਵੇਟ ਲਾਈਫ ਦੇ ਵਿੱਚ ਵੀ ਕੁਛ ਇਹੋ ਜਿਹੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਪੈਂਪਰ ਨਾ ਕਰਨ। ਉਹ ਓਪਨਲੀ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਦੇਸ਼ ਅੱਡੋ ਅੱਡ ਹੁੰਦੇ ਨੇ, ਦੇਸ਼ਾਂ ਦਾ ਸੁਭਾਅ ਅੱਡੋ ਅੱਡ ਹੁੰਦਾ। ਸੋ ਇਹ ਜਿਹੜਾ ਕਈ ਦੇਸ਼ਾਂ ਦੇ ਵਿੱਚ ਵੀ, ਭਾਵੇਂ ਉਹ ਬੜੇ ਐਡਵਾਂਸ ਦੇਸ਼ ਨੇ, ਉਹਨਾਂ ਦੇ ਵਿੱਚ ਵੀ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਨੇ ਉਹ ਮਨਾਹੀ ਨੇ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ 92 164 10 666 ਤੇ 98 149 10 666। ਤੁਹਾਡੇ ਵਿਚਾਰ ਖੁੱਲ੍ਹ ਕੇ ਲਵਾਂਗੇ, ਆਪਦਾ ਪੂਰਾ ਵਿਚਾਰ ਜ਼ਰੂਰ ਦੇਣਾ। ਤੇ ਉਧਰ ਜੀ ਕਹਿੰਦੇ ਪੰਜਾਬੀ ਨਾਲ ਫੇਰ ਧੱਕਾ ਹੋ ਗਿਆ। ਹਾਈ ਕੋਰਟ ਨੇ ਹੁਕਮ ਕੀਤੇ ਪਰ ਹੇਠਲੀਆਂ ਅਦਾਲਤਾਂ ਕਹਿੰਦੇ ਅਸੀਂ ਪੰਜਾਬੀ 'ਚ ਮਤ ਕੰਮ ਕਰਦੀਆਂ। ਇਹ 8 ਸਾਲ ਪਹਿਲਾਂ ਬਕਾਇਦਾ ਤੌਰ ਤੇ ਦੋ ਸਾਡੇ ਵਕੀਲ, ਸਾਡੇ ਇੱਕ ਗੋਇਲ ਸੀ ਤੇ ਕੋਚੇ ਨਾਲ ਦਾ ਨਾਲ ਉਹਨਾਂ ਨੇ ਇੱਕ ਕੇਸ ਕੀਤਾ, ਪਟੀਸ਼ਨ ਪਾਈ ਹਾਈ ਕੋਰਟ ਦੇ ਜੀ ਕਿ ਜਿਹੜੀਆਂ ਲੋਅਰ ਕੋਰਟਸ ਆ ਉੱਥੇ ਪੰਜਾਬੀ 'ਚ ਕੰਮ ਹੋਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਲੋਕ ਬਹੁਤੇ ਅੰਗਰੇਜ਼ੀ ਨਹੀਂ ਪੜ੍ਹੇ ਤੇ ਅੰਗਰੇਜ਼ੀ ਨਾ ਹੋਣ ਕਰਕੇ ਉਹਨਾਂ ਨੂੰ ਪੂਰੀ ਗੱਲ ਦੀ ਸਮਝ ਨਹੀਂ ਲੱਗਦੀ। ਨਾਲੇ ਸਮਝ ਨਹੀਂ ਆਉਂਦੀ, ਨਾਲੇ ਜਦੋਂ ਉਹਨਾਂ ਦਾ ਬਿਆਨ ਲਿਖਦੇ ਤੋੜ ਮਰੋੜ ਕੇ ਗਾਂ ਵਕੀਲਾਂ ਨੂੰ ਵੀ ਉਨੀ ਨਹੀਂ ਆਉਂਦੀ ਹੁੰਦੀ ਨਾ ਕਈਆਂ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਉਹਦੇ ਵਿੱਚ SS ਸਾਰੋ ਤੇ ਇੱਕ ਗੁਰਮੀਤ ਰਾਮ, ਦੋ ਜੱਜ ਸਨ ਹਾਈ ਕੋਰਟ ਦੇ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਹਦਾਇਤ ਕਰ ਦਿੱਤੀ ਰਜਿਸਟਰੀ ਨੂੰ ਕਿ ਤੁਸੀਂ ਸਾਰੀਆਂ ਅਦਾਲਤਾਂ ਨੂੰ ਲਿਖ ਦਿਓ ਇਹ ਵੀ ਜਿਹੜਾ ਕੰਮ ਅੱਗੇ ਤੋਂ ਕਰਨਾ ਉਹ ਤੁਸੀਂ ਓਨਲੀ ਤੇ ਓਨਲੀ ਪੰਜਾਬੀ 'ਚ ਕਰਨਾ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਤੁਸੀਂ ਕਹਿਣਾ ਕੀ ਚਾਹੁੰਦੇ। ਇਹਦੇ ਵਿੱਚ ਐਡਵੋਕੇਟ ਹੈਗੇ ਜੀ SC ਅਰੋੜਾ ਜੀ ਤੇ ਮਿੱਤਰ ਸਿੰਘ ਗੋਇਲ, ਇਹ ਦੋ ਐਡਵੋਕੇਟ ਸਨ। ਅੱਛਾ ਜੀ। ਹੁਣ ਜਿਹੜੀ ਰਜਿਸਟਰੀ ਸੀ ਉਹ ਤੇ ਜਿਹੜੇ ਜੱਜ ਸੀ ਉਹ ਰਿਟਾਇਰ ਹੋ ਗਏ। ਉਹਨਾਂ ਰਜਿਸਟਰੀ ਵਾਲਿਆਂ ਨੇ ਕੀਤਾ ਕਿਸੇ ਨੇ ਕਿਸੇ ਨੂੰ ਫਾਰਮ ਕੀਤਾ ਹੀ ਨਹੀਂ, ਕਿਹਾ ਹੀ ਨਹੀਂ ਕਿਸੇ ਨੂੰ ਵੀ ਹਾਈ ਕੋਰਟ ਦੇ ਦੇਸ਼ ਹੈਗੇ। ਅੱਛਾ ਜੀ। ਉਹਦੇ ਵਿੱਚ ਬਕਾਇਦਾ ਤੌਰ ਤੇ ਹੁਣ ਫਿਰ ਪਟੀਸ਼ਨ ਪਈ ਆ ਵੀ ਜਿਹੜੀਆਂ ਬਹੁਤ ਸਾਰੀਆਂ ਸਟੇਟ ਦੇ ਵਿੱਚ ਹੈਗਾ ਵੀ ਤੁਸੀਂ ਉੱਥੇ ਦੀਆਂ ਛੋਟੀਆਂ ਅਦਾਲਤਾਂ ਉੱਥੇ ਉਹ ਲੋਕਲ ਲੈਂਗੁਏਜ ਕੰਮ ਹੁੰਦਾ ਜੀ, ਤੇ ਸਾਡੇ ਪੰਜਾਬ 'ਚ ਵੀ ਹੋਣਾ ਚਾਹੀਦਾ। ਰਾਜਸਥਾਨ 'ਚ ਹਿੰਦੀ 'ਚ ਹੁੰਦਾ ਜੀ। ਬਿਲਕੁਲ ਬਿਲਕੁਲ। ਮੈਂ ਕਿਹਾ ਸ਼ਾਇਦ ਗੁਜਰਾਤ 'ਚ ਗੁਜਰਾਤੀ 'ਚ ਹੁੰਦਾ ਜੀ। ਜੇ ਹਿੰਦੀ 'ਚ ਹੁੰਦਾ ਤੇ ਹੁਣ ਬਕਾਇਦਾ ਤੌਰ ਤੇ ਪਟੀਸ਼ਨ ਪਾਈ ਆ ਤੇ ਜਿਹੜੀ ਹਾਈ ਕੋਰਟ ਉਹਨੇ ਜਿਹੜੇ ਚੀਫ ਸੈਕਟਰੀ ਵਗੈਰਾ ਵਾ ਸਾਡੇ ਰਜਿਸਟਰੀ ਦੇ ਜਾਂ ਸੰਬੰਧਤ ਦੇ ਜਿਹੜੇ ਹੈਗੇ ਨੇ ਲੋਕ ਜੀ ਅਧਿਕਾਰੀ, ਉਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਵੀ ਤੁਸੀਂ ਆ ਕੇ ਆਪਣੀ ਰਾਏ ਦਿਓ ਵੀ ਜਿਹੜੀ ਇਹ ਪਟੀਸ਼ਨ ਪਈ ਇਹਦੇ ਤੇ ਕੀ ਵੀ ਇਹ ਸੰਭਵ ਹੈਗਾ ਕਿ ਨਹੀਂ ਹੈਗਾ। ਤੇ ਨਾਲ ਉਹਨਾਂ ਨੇ ਪਿਛਲਾ ਜਿਹੜਾ ਰਿਕਾਰਡ ਕੱਢ ਲਿਆ ਵੀ ਵਾਕਿਆ ਉਦੋਂ SS ਸਾਰੋ ਸਾਡੇ ਜੱਜ ਹੁੰਦੇ ਸੀ, ਗੁਰਮੀਤ ਰਾਮ ਜਿਹੜੇ ਹੁੰਦੇ ਸੀ, ਉਹ ਇਹਨਾਂ ਨੇ ਆਰਡਰ ਕੀਤੇ ਸੀ ਵੀ ਇਹ ਪੰਜਾਬੀ 'ਚ ਕੀਤਾ ਜਾਵੇ ਲੋਅਰ ਕੋਰਟ। ਅੱਛਾ ਜੀ। SS ਸਾਰੋ ਐਕਟਿੰਗ ਬਕਾਇਦਾ ਤੌਰ ਤੇ ਚੀਫ ਰਹੇ ਨੇ ਹਾਈ ਕੋਰਟ ਦੇ। ਇਹਨਾਂ ਨੂੰ ਚੀਫ ਇਸ ਕਰਕੇ ਨਹੀਂ ਬਣਾਇਆ ਗਿਆ ਵੀ ਕਿਸੇ ਦੇ ਆਖੇ ਨਹੀਂ ਸੀ ਲੱਗਦੇ ਜੀ। SS ਸਾਰੋ ਜਿਹੜੇ ਆ ਅੱਜ ਕੱਲ੍ਹ ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ ਜੀ,
ਜਿਨ੍ਹਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਜਿਹੜਾ ਵਾ ਭਾਰ ਮੋਢਿਆਂ ਦੇ ਉੱਤੇ, ਲੇਕਿਨ ਵਿਚਾਰਿਆਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ, ਜਿਹੜਾ ਸਟਾਫ ਹੀ ਨਹੀਂ ਬਣਿਆ ਸਟਾਫ ਹੀ ਨਹੀਂ ਕੰਮ ਦਾ ਮਿਲਿਆ, ਕਿੱਥੋਂ ਕਰਨਾ ਕੀ ਉਹਨਾਂ ਨੇ ਕਹਾ। ਤੇ ਐਸ ਸਾਰੋ ਕੇ ਮੰਨਿਆ ਗਿਆ ਸੀ ਵੀ ਜੁਡੀਸ਼ੀ ਸਭ ਤੋਂ ਇਮਾਨਦਾਰ ਜੱਜ ਆ। ਜੀ। ਘਰੋਂ ਕਾਫੀ ਉਮੀਦ ਸੀ ਜਦੋਂ ਇਹ ਹਾਈ ਕੋਰਟ ਦਾ ਚੀਫ ਜਸਟਿਸ ਬਣਿਆ ਨੇ, ਤਨਖਾਹ ਨਹੀਂ ਲਈ ਉਦੋਂ। ਹਾਈ ਕੋਰਟ ਦਾ ਜੱਜ ਬਣ ਕੇ ਤਨਖਾਹ ਨਹੀਂ ਲਈ, ਤੇ ਅੱਛਾ ਜੀ। ਤਨਖਾਹ ਦੀ ਲੋੜ ਨਹੀਂ, ਤਨਖਾਹ ਸਾਰੀ ਸਰਕਾਰੀ ਖਜ਼ਾਨੇ ਦਿਓ, ਮੈਂ ਕੰਮ ਫ੍ਰੀ ਕਰੂੰਗਾ। ਤੇ ਹੁਣ ਉਹਨੇ ਆਰਡਰ ਕੀਤੇ ਸੀ, ਗੁਰਮੀਤ ਰਾਮ ਨੇ ਕੀਤੇ ਸੀ, ਜੇ ਤੇ ਕਿਤੇ ਉਹੀ ਰੀਇਨਸਟੇਟ ਕਰ ਦਿੰਦੇ ਆਰਡਰ ਤੇ ਚੰਗੀ ਗੱਲ ਸੀਗੀ। ਜੀ ਜੀ। ਲੇਕਿਨ ਨਵੇਂ ਜੱਜਾਂ ਨੇ ਬਕਾਇਦਾ ਤੌਰ ਤੇ ਚੀਫ ਸੈਕਟਰੀ ਨੂੰ, ਜਿਹੜੇ ਸਾਡੇ ਲੈਂਗੁਏਜ ਡਿਪਾਰਟਮੈਂਟ ਦੇ ਸੀ, ਫਿਰ ਸਾਡੇ ਡਿਸਟ੍ਰਿਕਟ ਵਾਲੀ ਸੀ, ਉਹਨਾਂ ਸਾਰਿਆਂ ਨੂੰ ਬੁਲਾ ਲਿਆ ਵੀ ਤੁਸੀਂ ਆਪਣੇ ਆ ਕੇ ਰਾਏ ਦਿਓ, ਫਿਰ ਅਗਲਾ ਫੈਸਲਾ ਸੁਣਾਈਏ ਜੀ। ਬੜੀ ਇਹ ਤਾਂ ਸਾਡੇ ਇਹਦੇ ਉੱਤੇ ਸਾਡੇ ਬੰਦੇ ਪਤਾ ਨਹੀਂ ਕਿਉਂ ਚੁੱਪ ਕਰ ਜਾਂਦੇ ਨੇ ਜਦੋਂ ਅਦਾਲਤਾਂ ਦੇ ਹੁਕਮ ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਕਿਹੜੀਆਂ ਗੱਲਾਂ ਦਾ ਜੀ। ਹਾਂ, ਜੇ ਸਾਡੇ ਬੰਦਿਆਂ ਨੂੰ ਪਤਾ ਹੁੰਦਾ ਐਮਬੀ ਵਾਲਾ ਜਿਹੜਾ ਮੁੱਦਾ ਹੀ ਨਹੀਂ ਸੁੱਟਣਾ। ਆ ਬਿਲਕੁਲ ਗੱਲ ਤਾਂ ਸਿਆਣੀ ਆ, ਉਹਨਾਂ ਦੇ ਕੋਲੋਂ ਹੀ ਜਿਵੇਂ ਸੱਸੀ ਸੁੱਤੀ ਪਈ ਰਹਿ ਗਈ ਸੀ ਤੇ ਸ਼ਹਿਰ ਲੁੱਟਿਆ ਗਿਆ ਸੀ, ਹੈ ਜੀ ਜੀ ਜੀ। ਤੇ ਉਹ ਕਹਾਣੀ ਇਹਨਾਂ ਦੀ ਹੈ। ਹਾਂ, ਦਾਨੇਵਾਲੀਆ ਸਾਹਿਬ 1565 ਪੋਸਟਾਂ ਹੁਣ ਉੱਥੇ, ਜੀ ਤੇ ਤੁਸੀਂ ਪੋਸਟੇ ਨਾ ਭਰੋ। ਦੱਸੋ। 328 ਬੰਦੇ ਕੰਮ ਕਰੇ, ਬਾਕੀ ਪੋਸਟਾਂ ਖਾਲੀ ਆ, ਤੇ ਤੁਹਾਡੇ ਕੋਲ ਜਿਹੜੀ ਫੰਡ ਲਿਆ ਜਾਂਦਾ ਉਹ ਸਾਰੀਆਂ ਪੋਸਟਾਂ ਦਾ ਲਿਆ ਜਾਂਦਾ। ਸਾਰਾ ਲਿਆ ਜਾਂਦਾ, ਬਿਲਕੁਲ ਸਿਆਣੀ ਗੱਲ ਆ, ਪੈਸੇ ਪੂਰੇ ਲਏ ਜਾਂਦੇ ਤੁਹਾਡੇ ਤੋਂ। 2020 ਤੇ 21 ਦੇ ਵਿੱਚ 276 ਕਰੋੜ ਰੁਪਇਆ ਬਕਾਇਦਾ ਤੌਰ ਤੇ ਦਿੱਤਾ ਗਿਆ ਅਦਾਲਤਾਂ ਨੂੰ। ਨਹੀਂ BBME ਨੂੰ। ਅੱਛਾ, ਭਾਖੜਾ ਬੈਸ ਮੈਨੇਜਮੈਂਟ ਬੋਰਡ ਨੂੰ। ਅੱਛਾ ਜੀ। 276 ਕਰੋੜ ਪੰਜਾਬ ਸਰਕਾਰ ਨੇ ਦਿੱਤਾ ਵੀ ਆ ਜਿਹੜੇ ਤੁਹਾਡੇ ਮੁਲਾਜ਼ਮ ਨੇ ਇਹਨਾਂ ਦੀਆਂ ਤਨਖਾਹਾਂ ਦਿਓ, ਪਰ ਉਹ ਬਿਨਾਂ ਤਨਖਾਹਾਂ ਤੋਂ ਹੀ ਜਿਹੜੇ ਲੱਗੇ ਨਹੀਂ ਉਹਨਾਂ ਦਾ ਵੀ ਕੰਮ ਐਵੇਂ ਚੱਕੀ ਆਉਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਜੇ ਕਿਤੇ ਇਹ ਸਾਡੇ ਤੇ ਦੇਖੋ ਜਿਹੜੇ ਬੇਰੁਜ਼ਗਾਰ ਰਾਜਸਥਾਨ ਵਾਲੇ ਦਿੰਦੇ ਨਹੀਂ ਹੁਣ, ਮੈਨੂੰ ਲੱਗਦਾ ਠੈਨੀ ਵੀ ਕੁੜੇ ਸਿੱਖ ਦਿੰਦੀ ਆ ਮਾਰ ਡਾਂਗਾ। ਉੱਥੇ 2000 ਵੈਕੈਂਸੀ ਹੈਗੀ ਜੀ, ਆਰਾਮ ਨਾਲ ਭਰ ਸਕਦੇ ਸੀ। ਅੱਛਾ ਜੀ। ਬਿਲਕੁਲ ਨਹੀਂ ਭਰੀ ਇਹਨਾਂ ਨੇ। ਫਿਰ ਜਦੋਂ ਉਹਦੇ ਤੇ ਜਦੋਂ ਵੀ ਤੁਹਾਨੂੰ ਪਤਾ ਹੋਏਗਾ ਵੀ ਪਹਿਲਾਂ 2067 ਦੇ ਵਿੱਚ ਬਣੀ ਇਹਨਾਂ ਦਾ ਜਿਹੜਾ ਬਣਿਆ ਬੋਡੀ ਬਣੀ ਇਹਨਾਂ ਜੀ ਜੀ, ਜਿਹੜੇ 2 ਮੈਂਬਰ, ਇੱਕ ਹਰਿਆਣੇ ਦੇ ਵਿੱਚੋਂ ਤੇ ਇੱਕ ਪੰਜਾਬ ਦੇ ਵਿੱਚੋਂ ਲਿਆ, ਤੇ ਇੱਕ ਚੇਅਰਮੈਨ ਜਿਹੜਾ ਸੀ ਆਲ ਓਵਰ ਇੰਡੀਆ 1976 ਚ ਸ਼ੁਰੂ ਕੀਤਾ ਇਹਨਾਂ ਨੇ ਜੀ। 3 ਮੈਂਬਰੀ ਇਹ ਬੋਰਡ ਆ, ਤੇ ਇਸ ਬੋਰਡ ਦੇ ਵਿੱਚ ਤੁਸੀਂ ਵੇਖੋ ਜੀ, ਤੇ ਹਰਿਆਣੇ ਦੀ ਤੇ ਗੱਲ ਹੀ ਕੋਈ ਨਹੀਂ। ਹੁਣ ਕੰਡੀਸ਼ਨ ਕੀ ਲਾਈ ਹੈ? ਕੰਡੀਸ਼ਨ ਹੁਣ ਲਾਈ ਆ ਵੀ ਉਹਦਾ ਮੈਂਬਰ ਉਹ ਬਣ ਸਕਦਾ ਵਾ ਜਿਹਨੇ 25 ਮੀਟਰ ਉੱਚੇ ਤੇ 200 ਮੀਟਰ ਲੰਬੇ ਤੇ 200 ਮੈਗਾਵਾਟ ਵਾਲੇ ਹਾਈਡਰੋ ਪਲਾਂਟ ਪ੍ਰੋਜੈਕਟ ਤੇ ਕੰਮ ਕੀਤਾ ਹੋਵੇ। ਤੇ ਦੱਸੋ, ਉਹਦਾ ਫਿਰ ਹਿਮਾਚਲ ਵਾਲੇ ਹੀ ਲੱਗਣਗੇ? ਨਹੀਂ ਸਾਡਾ ਪੰਜਾਬ ਦਾ ਲੱਭ ਲਾਂਗੇ ਕੋਈ ਨਾ ਕੋਈ, ਰਣਜੀਤ ਸਾਗਰ ਡੈਮ ਤੋਂ ਮਿਲ ਜਾਏਗਾ ਬੰਦਾ, ਕੋਈ ਮਿਲ ਜੂਗਾ। ਹਾਂ, ਹਰਿਆਣੇ ਵਿੱਚ ਪ੍ਰੋਜੈਕਟ ਕੋਈ ਨਹੀਂ ਗਏ, ਉਹ ਉੱਥੇ ਲੱਗੇ ਹੁਣ। ਹਾਂ ਉਹਨਾਂ ਦੀ ਤੇ ਇਹ ਛੱਤ ਲਾ ਕੇ ਉਹਨਾਂ ਸਾਰੀ ਕੰਡੀਸ਼ਨ ਖਤਮ ਕਰ ਦਿੱਤੀ ਜੀ। ਇਸ ਕਰਕੇ ਉੱਥੇ ਫਿਰ ਹੁਣ 800 ਬੰਦਾ ਜਿਹੜੇ BBM ਵਾਲਿਆਂ ਦੇ ਜਿਹੜੇ ਭਾਖੜਾ ਬਾਈ, ਬਾਕੀ ਜਿਹੜੇ ਡੈਮ 800 ਬੰਦਾ ਤੁਸੀਂ CI ਸਭ ਦਾ ਲਵਾਉਂਦੇ, ਸਾਡੀ 50 ਲੱਗੀ ਸੀ ਉੱਥੇ। ਉਹਨਾਂ ਰੋਜ਼ਗਾਰ ਮਿਲਦਾ ਸੀ, ਬਿਲਕੁਲ ਰੁਜ਼ਗਾਰ ਮਿਲਦਾ ਸੀ। ਹੁਣ ਤੁਸੀਂ ਉੱਥੇ ਲਵਾਤੀ ਆ, ਤੇ ਇਹਦਾ ਫੰਡ ਵੀ ਵਧਣੇ, ਤੁਹਾਡੇ ਤੇ ਖਰਚਾ ਵੀ ਪੈਣਾ ਵੱਧ ਪੈਣਾ ਇਹਦੇ ਤੇ ਜੀ। ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਖੜਾ ਬੋਰਡ ਤੋਂ 2918.71 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ ਜੀ, ਜਿਹਦੇ ਵਿੱਚੋਂ 4000 ਮਿਲੀਅਨ ਯੂਨਿਟ ਜਿਹੜੀ ਬਿਜਲੀ ਆ ਪੰਜਾਬ ਨੂੰ ਮਿਲਦੀ ਹੈ। ਲੇਕਿਨ ਮੇਰਾ ਇਹ ਕਹਿਣ ਤੋਂ ਭਾਵ ਆ ਕਿ ਤੁਸੀਂ ਜੇ ਕਿਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਹੈ, ਉਹ ਪੋਸਟਾਂ ਭਰੀਆਂ ਹੁੰਦੀਆਂ, ਤੇ ਤੁਹਾਨੂੰ ਆ ਜਿਹੜੇ ਦਿਨ ਵੇਖਣੇ ਨਾ ਪੈਂਦੇ ਜੀ। ਅੱਜ ਤੁਸੀਂ ਸਾਰੇ ਚੁੱਕ ਕੇ ਬੋਰੀਏ ਵਿੱਚ ਤੁਰੇ ਫਿਰਦੇ ਹੋ। ਅੱਜ ਆਪ ਵਾਲਿਆਂ ਨੇ ਜਾ ਕੇ ਡਿਸਟ੍ਰਿਕਟ ਪੱਧਰ ਤੇ ਡੀਸੀ ਨੂੰ ਮੰਗ ਪੱਤਰ ਦਿੱਤੇ ਨੇ ਜੀ। ਕਿਸਾਨ ਬਕਾਇਦਾ ਚੰਡੀਗੜ੍ਹ ਗਿਆ, ਤੇ ਚੰਡੀਗੜ੍ਹ ਅਗਲੇ ਵੰਡ ਨਹੀਂ ਦਿੱਤਾ, ਧਰਨਾ ਲਾ ਕੇ ਬਹਿ ਗਏ। ਜਦੋਂ ਧਰਨਾ ਲਾ ਕੇ ਬੈਠੇ ਤੇ ਉਹਨਾਂ ਨੇ ਇੰਨੀ ਗੱਲ ਕਿ 4 ਬੰਦੇ ਆ ਜਾਓ, ਕਹਿੰਦੇ ਬਿਲਕੁਲ ਨਹੀਂ ਜੀ। ਸਾਡੀਆਂ 22 ਜਥੇਬੰਦੀਆਂ ਸੀ, ਘੱਟੋ ਘੱਟ 22 ਬੰਦੇ ਜਮਾਂਗੇ, ਨਹੀਂ ਤੇ ਇੱਥੇ ਮੁੱਤ ਲਾ ਦਿਆਂਗੇ। ਬਕਾਇਦਾ ਤੌਰ ਤੇ ਫਿਰ ਗਵਰਨਰ ਹਾਊਸ ਤੋਂ ਸਟਾਫ ਆਇਆ ਉੱਥੇ ਜੀ। ਸਟਾਫ ਨੇ ਆ ਕੇ ਗੱਲਬਾਤ ਕੀਤੀ, ਤੇ ਫਿਰ ਉਹਨਾਂ ਨੂੰ ਲੈ ਕੇ ਗਏ ਵੀ ਚਲੋ ਬੈਠੋ, ਗੱਡੀਆਂ ਤੁਹਾਨੂੰ ਅਸੀਂ ਆਪ ਲੈ ਕੇ ਜਾਂਦੇ। ਜੇ ਡੈਮੋਕ੍ਰੇਸੀ ਆ ਤੇ ਡਿਊਟੀ ਬਣਦੀ ਉਸ ਗਵਰਨਰ ਦੀ, ਤੇ ਉਹ ਆਪ ਮੌਕੇ ਤੇ ਆਵੇ ਦੱਸੋ ਜੀ ਕੀ ਪ੍ਰੋਬਲਮ, ਕੀ ਦੱਸੋ ਕੀ ਚਾਹੁੰਦੇ ਤੁਸੀਂ ਜੀ। ਕਿੰਨੀ ਵੱਡੀ ਗੱਲ ਆ। ਲੇਕਿਨ ਅਰਿਸਟੋਕ੍ਰੇਸੀ ਜ਼ਿਆਦੀ ਆ, ਕੰਮ ਘੱਟ ਆ, ਪਰੇਸ਼ਾਨੀਆਂ ਵਧਾਈਆਂ ਜਾ ਰਹੀਆਂ ਜਾਣ ਕੇ। ਬਿਲਕੁਲ। ਜੇ ਗਵਰਨਰ ਤੁਸੀਂ ਕੋਈ ਮਿਲ ਹੀ ਨਹੀਂ ਸਕਦਾ, ਤਾਂ ਗਵਰਨਰ ਦਾ ਫਾਇਦਾ ਕੀ? ਘਰ ਨੂੰ ਭੇਜ ਦਿਓ ਉਹਨੂੰ, ਖਾਲੀ ਕਰ ਦਿਓ, ਪੋਸਟਿੰਗ ਕਿਉਂ ਨਹੀਂ ਰੱਖਣੀ?
ਕੈਪਟਨ ਅਮਰਿੰਦਰ ਸਿੰਘ ਇਸੇ ਕੀ ਘਰ ਨੂੰ ਗਏ ਆ ਨਾ। ਹਾਂ, ਵੀ ਕਿਸੇ ਨੂੰ ਮਿਲ ਨਹੀਂ ਸਕਦੇ ਤਾਂ ਜਾਓ ਘਰ ਨੂੰ। ਮਿਲ ਨਹੀਂ ਸਕਦੇ ਤੁਸੀਂ। ਇਸ ਕਰਕੇ ਮੇਰਾ ਕਹਿਣ ਤੋਂ ਬਾਅਦ BBM ਦੇ ਵਿੱਚ ਜਿਹੜਾ ਇਹਨਾਂ ਨੇ ਖਰਚਾ ਸਾਡਾ ਪੰਜਾਬ ਦਾ, ਤੁਹਾਨੂੰ ਪਤਾ ਹੋਏਗਾ 1948 ਚ ਇਹ ਬਣਨਾ ਸ਼ੁਰੂ ਹੋਇਆ ਤੇ ਇਹਦੇ ਨਹਿਰੂ ਨੇ ਕਹਿਤਾ ਸਾਡੇ ਕੋਲ ਪੈਸੇ ਨਹੀਂ ਹੈ ਕੋਈ ਸੈਂਟਰ ਵਾਲੇ ਕੋਲ, ਆਪਣਾ ਬੰਦੋਬਸਤ ਕਰੋ। ਹਾਂਜੀ, 113 ਕਰੋੜ ਦੀ ਲੋੜ ਸੀ ਤੇ 1959 ਦੇ ਵਿੱਚ ਬਕਾਇਦਾ ਤੌਰ ਤੇ ਖੁਸ਼ ਹੈਸੀਅਤ ਟੈਸਟ ਲਾਇਆ ਗਿਆ ਜੀ, ਜਿਹਦਾ ਵਿਰੋਧ ਕੀਤਾ ਭਾਰਤੀ ਕਿਸਾਨ ਜੀ ਨੇ, ਜਿਹਨੂੰ ਅਸੀਂ ਕਾਮੜ ਕਰਕੇ ਭੰਡਦੇ ਹਾਂ। ਉਸ ਟਾਈਮ ਤੇ ਵਿਰੋਧ ਕੀਤਾ ਬਹੁਤ ਸਾਰੀਆਂ ਬੀਬੀਆਂ, ਬਹੁਤ ਸਾਰੇ ਬੰਦੇ ਜੇਲ੍ਹਾਂ 'ਚ ਗਏ। ਅੱਛਾ ਜੀ। 1.5-2 ਮਹੀਨੇ ਦੇ ਵਿੱਚ ਵਿੱਚ ਜਿਹੜਾ ਸੀ ਕੈਰੋ ਨੂੰ, ਮੁੱਖ ਮੰਤਰੀ ਨੂੰ, ਉਹ ਜਿਹੜਾ ਖੁਸ਼ ਸੀ ਟੈਸਟ ਵਾਪਸ ਲੈਣਾ ਪਿਆ। ਖਰਚਾ ਸਾਡਾ, ਮੈਨ ਪਾਵਰ ਸਾਡੀ, ਕਿੰਨੇ ਬੰਦੇ ਉੱਥੇ ਸ਼ਹੀਦ ਹੋ ਗਏ ਆ, ਕਿੰਨੇ ਉੱਥੇ ਕੰਮ ਕਰਦੇ ਸੀ ਜਿਹੜੇ ਕਿਤੇ ਕਰਦੇ ਜੀ। ਤੇ ਡੈਮ ਪੰਜਾਬ ਦਾ ਤੇ ਮੌਜਾਂ ਉਹਦੀਆਂ ਸੈਂਟਰ ਮਾਰੇ ਤੇ ਕਿੱਥੇ ਲਿਖਿਆ? ਤੁਹਾਨੂੰ ਪਤਾ ਨਾ 1988 ਦੇ ਵਿੱਚ ਬਕਾਇਦਾ ਤੇ ਫਲੱਡ ਆਏ ਸੀਗੇ ਜੀ, ਉਦੋਂ ਮੁੰਡਿਆਂ ਨੂੰ ਉੱਥੋਂ ਦਾ ਇੱਕ ਜਿਹੜਾ ਸੀ ਚੇਅਰਮੈਨ ਮਾਰਤਾ ਸੀਗਾ, ਸ਼ਾਹ ਕੀ ਨਾਂ ਸੀ ਉਹਦਾ ਜੀ, ਉਹ ਇਸੇ ਕਰਕੇ ਮਾਰਿਆ ਸੀ ਵੀ ਫਲੱਡ ਆਏ ਤਾਂ ਤੁਸੀਂ ਧਿਆਨ ਕੀ ਰੱਖਿਆ, ਤੁਸੀਂ ਕੱਲ ਹੀ ਬੈਠੇ ਹੋ ਜੀ। ਜੇਕਰ ਅਸੀਂ ਹੱਕ 'ਚ ਨਹੀਂ ਹੈਗੇ ਵੀ ਇਹੋ ਜਿਹੀ ਜਿਹੜੀ ਆ ਉਹ ਰਾਜਨੀਤਿਕ ਫੈਲੇ, ਜਿਹੜੀ ਗੱਲ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਬੜੇ ਰਸਤੇ ਸੀ, ਤੁਸੀਂ ਹਾਈ ਕੋਰਟ ਜਾਓ, ਸੁਪਰੀਮ ਕੋਰਟ ਜਾਓ, ਇਹਨਾਂ ਨੇ ਧਿਆਨ ਨਹੀਂ ਰੱਖਿਆ, ਇਹਦੇ ਕਰਕੇ ਫਲੱਡ ਆਏ। ਲੇਕਿਨ ਇਸ ਕਰਕੇ BBM ਬਾਰੇ ਹੁਣ ਤੁਸੀਂ ਸਾਰੇ ਭੱਜੇ ਹੋ, ਕਿਸਾਨ ਵੀ ਭੱਜੇ, ਸਰਕਾਰ ਵੀ ਭੱਜੀ, ਸਾਰੇ ਭੱਜੇ ਫਿਰਦੇ ਹੋ। ਤੇ ਮੈਂ ਇਹ ਗੱਲ ਕਹਿੰਦਾ, ਜੇ ਕਿਤੇ ਸਾਰੀਆਂ ਪਾਰਟੀਆਂ ਦੇ ਸਮੁੱਚੇ ਰੂਪ 'ਚ ਲੀਡਰ ਇਕੱਠੇ ਹੋ ਕੇ ਮੋਦੀ ਸਾਹਿਬ ਕੋਲ ਜਾਣ ਤੇ ਮਸਲਾ ਸਵੇਰੇ ਹੱਲ ਹੋ ਜੂ। ਹਾਂ ਜੀ, ਵੀ ਤੇ ਜੇ ਇਹ ਕਹਿੰਦੇ ਜੀ ਮੇਰਾ ਟੌਰ ਬਣ ਜੇ, ਮੇਰਾ ਟੌਰ ਪੁੱਛਦਾ ਜੀ, ਫਿਰ ਕੰਮ ਨਹੀਂ ਹੋਣਾ ਕੋਈ। ਜੀ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ, ਤੇ ਪ੍ਰੋਗਰਾਮ ਫੇਸਬੁੱਕ ਪੇਜ ਅਤੇ YouTube ਚੈਨਲ ਰੇਡੀਓ ਪੰਜਾਬ ਟੂਡੇ ਦੇ ਉੱਤੇ ਉਪਲਬਧ ਹੈ। ਕਈ ਵੀਰ ਕਹਿੰਦੇ ਨੇ ਜੀ ਲੱਭਦਾ ਨਹੀਂ ਜਾਂ ਆਪ ਕਰਦੇ, ਰੇਡੀਓ ਪੰਜਾਬ ਟੂਡੇ ਸਰਚ ਕਰੋ, ਤੁਹਾਨੂੰ ਮਿਲੇਗਾ। ਤੇ ਸ਼ਮਾਦਾਨ ਤੁਸੀਂ ਉੱਥੇ ਸੁਣ ਸਕਦੇ ਹੋ। ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਮੇਰੇ ਨਾਲ ਨੇ, ਤੇ ਅੱਗੇ ਗੱਲ ਨੂੰ ਵਧਾਉਣੇ ਆ ਥੋੜ੍ਹੀ ਜੀ। ਕੁਝ ਕਾਲ ਮਿਸ ਹੋ ਗਈ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਸਾਨੂੰ। ਤੇ ਮਸਲਾ ਜੀ, ਉਸ ਟਾਈਮ ਤੇ ਇੱਕ ਤੁਹਾਡੇ ਹੁੰਦੇ ਸੀ ਨੂਰਪੁਰੀ ਦਾ, ਨੰਦ ਲਾਲ ਨੂਰਪੁਰੀ ਦਾ ਗੀਤ ਲਿਖਿਆ ਹੁੰਦਾ ਸੀ, ਜਿਹੜਾ ਹਰਚਰਨ ਗਰੇਵਾਲ ਨੇ ਗਾਇਆ ਸੀ ਜੀ। ਭਾਖੜੇ ਤੋਂ ਆਉਂਦੀ ਇੱਕ ਮਟਿਆਰ ਨੱਚਦੀ, ਚੰਦ ਨਾਲ ਗੋਰੀ ਉੱਤੇ ਚੁੰਨੀ ਸੁੱਚੇ ਕੱਟਦੀ। ਵਾਹ 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 ਵਾਹ, ਬਲਬ ਕੱਟਦਾ ਬੜਿਆ ਗਾਣਾ ਵੀ ਗਿਆ ਤੁਹਾਡੇ ਦਾ। ਵੈਸੇ ਗੱਲ ਉਹ ਵੀ ਦੇਖ ਲਓ, ਨੰਦ ਲਾਲ ਨੂਰਪੁਰੀ ਸੀ। ਹਾਂਜੀ ਜੀ ਜੀ, ਕਿਆ ਲਿਖ ਗਿਆ। ਤੇ ਗੁਰਚਰਨ ਗਰੇਵਾਲ ਦੀ ਵੀ ਗਾਇਕੀ ਸੀਮਾ ਨਾਲ ਮੰਨੀ ਸੀ, ਪਰ ਬਦਕਿਸਮਤੀ ਇਹ ਰਹੀ ਹੈ ਪੰਜਾਬ ਦੇ ਗਾਇਕਾਂ ਨੂੰ ਸ਼ਰਾਬ ਲੈ ਕੇ ਬਹਿ ਗਈ। ਇਹ ਵੀ ਪਤਾ ਨਹੀਂ ਕਿਉਂ, ਪਤਾ ਨਹੀਂ ਖਾੜਿਆਂ ਤੇ ਮੁਫਤ ਦੀ ਮਿਲਦੀ ਸੀ ਜਾਂ ਕੀ ਚੱਕਰ ਸੀ ਜਦੋਂ ਪੀਂਦੇ ਸੀ। ਅੱਜ ਵੀ ਵੇਖੋ ਸਾਡਾ ਹਿੱਸਾ ਦਾ ਪੰਜਾਬ ਦਾ ਉੱਥੇ 51.80% ਸਾਡਾ ਵਾ, ਹਰਿਆਣੇ ਦਾ 37.88% ਦਾ, ਤੇ ਬਾਕੀ ਦਾ ਰਾਜਸਥਾਨ ਤੇ ਹਿਮਾਚਲ ਦਾ ਵਾ। ਬਿਲਕੁਲ 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 ਜੀ। ਖਾਲਸਾ ਜੀ ਆ ਗਏ ਨੇ। ਖਾਲਸਾ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿ ਫਤਿਹ ਜੀ। ਜਿਹੜੀ ਪਹਿਲੀ ਗੱਲ ਕਰ ਰਹੇ ਸੀ ਨਾ ਜੀ, ਉਹ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਬੇਈਮਾਨ ਹੋਣਗੇ। ਪੁਲਿਸ ਵਾਲੇ ਦੀ ਟ੍ਰੇਨਿੰਗ ਇੰਨੀ ਵਧੀਆ ਚਾਹੀਦੀ ਹੈ, ਔਰ ਪੁਲਿਸ ਅਗਰ ਕਿਸੇ ਦੇ ਝੂਠਾ ਕੇਸ ਬਣਾਵੇ ਤੇ ਸਜ਼ਾ ਉਹਨੂੰ ਵੀ ਚਾਹੀਦੀ ਹੈ ਜੀ, ਚਾਹੀਦੀ। ਪੁਲਿਸ ਵਾਲੇ ਕੋਲ ਇੰਨੀ ਅਥਾਰਟੀ ਚਾਹੀਦੀ ਹੈ, ਅਗਰ ਕੋਈ ਲੀਡਰ ਆ ਕੇ ਮੱਲੋ ਮੱਲੀ ਦਬਾਅ ਪਾਵੇ ਤੇ ਮਲ ਉਹਨੂੰ ਵੀ ਦੇਣ। ਉਹ ਇੱਥੇ ਕੈਨੇਡਾ ਦੇ ਵਿੱਚ ਕਿਸੇ MLA ਦੀ, ਕਿਸੇ ਮਿਨਿਸਟਰ ਦੀ ਇਹ ਜ਼ਰੂਰਤ ਨਹੀਂ ਪੈਂਦੀ ਕਿ ਪੁਲਿਸ ਵਾਲੇ ਨੂੰ ਮੈਂ ਕਹਿ ਕੇ ਵੀ ਆਹ ਕੰਮ ਕਰਾ ਦੇ, ਨਹੀਂ ਤਾਂ ਉਹ ਵੀ ਅੰਦਰ ਜਾਊਗਾ, ਉਹਦੀ ਕੁਰਸੀ ਵੀ ਹਿੱਲੂਗੀ। ਜਿੰਨੀ ਦੇਰ ਇਹ ਗੱਲ ਨਹੀਂ ਹੁੰਦੀ। ਬਾਕੀ ਰਹੀ ਅਦਾਲਤਾਂ ਅਗਰ ਸਾਰੇ ਜੱਜ ਨਹੀਂ, ਲੇਕਿਨ ਉਹ ਜੱਜ ਅਗਰ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਕੰਮ ਕਰਦੇ ਆ ਤਾਂ ਉਹਦਾ ਇਲਾਜ ਕੀ ਹੈ। ਤੇ ਇਹ ਜਿਹੜੀ ਹੈ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਕਿ ਜਿਹੜੇ ਜੱਜ ਨੇ ਉਹ ਫੈਸਲਾ ਜਲਦੀ ਦੇਣ ਤੇ ਫੈਸਲਾ ਨਿਰਪੱਖ ਹੋਵੇ। ਇਹ ਨਹੀਂ ਹੈ ਕਿ ਫਲਾਨਾ ਮੇਰਾ ਨੇੜੇ ਹੋ ਤੇ ਫਲਾਨਾ ਦੂਰ ਹੈ, ਜਾਂ ਫਲਾਨਾ ਗਰੀਬ ਹੈ ਤੇ ਫਲਾਨਾ ਅਮੀਰ ਹੈ। ਜਿੱਥੇ ਗਰੀਬ ਔਰ ਅਮੀਰ ਦੇ ਵਿੱਚ ਪਾੜਾ ਜਿਹੜਾ ਹੈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਤੇ ਤੁਹਾਡੇ ਕੋਲ ਕੋਈ ਚੀਜ਼ ਭੁੱਲੀ ਤਾਂ ਹੈ ਨਹੀਂ ਦਾਨੇਵਾਲ ਸਾਹਿਬ ਤੇ ਪੱਟੀ ਸਾਹਿਬ। ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹਦਾ ਇਲਾਜ ਉੱਥੇ ਹੋ ਜਾਊਗਾ ਕਿ ਨਹੀਂ ਹੋ ਜਾਊਗਾ, ਇਹ ਦੱਸੋ। ਇਲਾਜ ਹੁਣ ਦੱਸੋ ਤੁਸੀਂ ਦੱਸੋ ਜੀ। ਇੱਕ ਦੂਜੀ ਗੱਲ ਲੈ ਲਈਏ ਫਿਰ ਅੱਗੇ ਚੱਲਦੇ ਹਾਂ। 98 149 ਤੇ ਆਉਂਦੇ। ਸਤਿ ਸ਼੍ਰੀ ਅਕਾਲ ਜੀ।
ਹੈਲੋ ਹਾਂਜੀ ਵੱਡੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ। ਹਾਂ ਮਿਹਰਬਾਨੀ। ਭਾਖੜਾ ਡੈਮ ਦੀਆਂ ਗਾ ਕੇ ਤੁਸੀਂ ਗੱਲ ਸੁਣਾਈ, ਸਿਫਤ ਸੁਣਾਈ ਜੀ 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 ਜੀ। ਤੇ ਬਾਕੀ ਪੰਜਾਬ ਟੂਡੇ ਨਾਲ ਲੱਭਣ ਵਾਲੀ ਗੱਲ ਨਹੀਂ ਦਾਨੇ ਵਾਲੀਆ ਸਾਹਿਬ। ਕੋਈ ਭੁਲੇਖਾ ਭਾਵੇਂ ਕਿਸੇ ਗੱਲ ਦਾ ਮਾੜਾ ਮੋਟਾ ਪੈ ਗਿਆ ਹੋਵੇ, ਇਹ ਕੀ ਹੋ ਸਕਦਾ ਆਪਣਾ ਚਲੋ ਫੇਰ ਸਟੇਸ਼ਨ ਨਾ ਲੱਭੇ ਕਿਸੇ ਨੂੰ। ਫੇਰ ਵੀ ਆਪਣਾ ਤਾਂ ਮੇਰਾ ਤਾਂ ਫਰਜ਼ ਹੈ ਜੀ, ਆਪਾਂ ਆਪਣੇ ਆਪ ਨੂੰ ਏਡਾ ਵੱਡਾ ਨਹੀਂ ਸਮਝਦੇ। ਤੇ ਸਰਬਜੀਤ ਵਾਲੀ ਜਿਹੜੀ ਗੱਲ ਤੁਸੀਂ ਕੀਤੀ, ਕੋਈ ਵੇਲਾ ਸੀਗਾ ਜਦੋਂ ਜਾ ਕੇ ਖਾਣੇ ਸਿਟੀ 'ਚ ਲੱਗਦਾ ਸੀਗਾ ਤੇ ਉੱਥੇ ਪੁੱਛ ਲੈਂਦੇ ਸੀ ਵੀ ਹੁਣ ਅਸੀਂ ਕਿੱਧਰ ਦੀ ਲੰਘੀਏ। ਹਾਂ ਹਾਂ ਸ਼ਕਤੀਮਾਨ ਦੀਆਂ ਸਿਫਤਾਂ ਇਮਾਨਦਾਰੀ ਨਾਲ ਸਰਵਿਸ ਕਰਦੇ ਸੀ ਜੀ ਉਹ। ਜੀ ਜੀ ਬਹੁਤ ਮਿਹਰਬਾਨੀ ਸਾਰੀ ਗੱਲ ਸਮਝਾਉਣ ਤੇ। ਮਿਹਰਬਾਨੀ ਜੀ, ਮਿਹਰਬਾਨੀ। ਹਾਂ ਸਤਿ ਸ਼੍ਰੀ ਅਕਾਲ। ਜਿਹੜੀ ਗੱਲ ਖਾਲਸਾ ਜੀ ਨੇ ਕੀਤੀ ਹੈ ਜੀ, ਇਹ ਜਦੋਂ ਆਜ਼ਾਦੀ ਮਿਲੀ ਆ ਉਦੋਂ 20 ਸਾਲ ਇਹ ਗੱਲ ਲਾਗੂ ਰਹੀ ਹੈ। ਹੂੰ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਥਾਣੇ ਲਿਆ ਕੇ ਕੁੱਟਮਾਰ ਕਰਨ ਦੀ ਮਨਾਹੀ ਕੀਤੀ ਗਈ। ਜੀ ਬਾਅਦ ਦੇ ਵਿੱਚ ਜਦੋਂ 70 ਆਇਆ ਤਾਂ ਉਦੋਂ ਬਾਦਲ ਸਾਹਿਬ ਨੇ ਸੀਆਈ ਸਟਾਫ ਬਣਾਇਆ ਸੀ ਕੁੱਟਮਾਰ ਵਾਸਤੇ। ਹੂੰ ਉਹ ਸੀਆਈ ਸਟਾਫ ਕਿਤੇ ਮਾੜੀ ਜੀ ਟੁੱਟੀ ਫੁੱਟੀ ਬਿਲਡਿੰਗ 'ਚ ਜਿਹੜੇ ਸੀ ਆਬਾਦੀ ਤੋਂ ਪਾਸੇ ਹੁੰਦੇ ਸੀ। ਪਾਸੇ ਡਰਾਵਣੇ ਜੀ ਬਿਲਡਿੰਗ 'ਚ ਹੁੰਦੇ ਸੀ ਵੀ ਵੇਖਣ ਵਾਲੇ ਨੂੰ ਪਤਾ ਲੱਗੇ ਵੀ ਕਿੱਧਰ ਭੂਤ ਘਰ ਲਈ ਜਾਂਦੇ ਆ ਮੈਨੂੰ। ਜੀ 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 ਹੂੰ ਉਹ ਉਦੋਂ ਬਣੇ ਨੇ। ਬਕਾਇਦਾ ਤੌਰ ਤੇ ਉਸ ਤੋਂ ਪਹਿਲਾਂ ਜੇ ਕਿਤੇ ਕਿਸੇ ਦੀ ਸ਼ਿਕਾਇਤ ਚੱਲੇਗੀ ਵੀ ਝੂਠਾ ਪਰਚਾ ਦਿੱਤਾ ਤੇ ਫਿਰ ਉਹ ਝੂਠਾ ਪਰਚਾ ਜੇ ਉਹਦੀ ਇਨਕੁਆਇਰੀ ਹੁੰਦੀ ਸਾਬਤ ਹੋ ਜਾਂਦੇ ਸੀ ਤੇ ਉਹ ਪੁਲਿਸ ਵਾਲੇ ਤੇ ਬਕਾਇਦਾ ਤੌਰ ਤੇ ਪਰਚਾ ਉਹਦੇ ਖਾਤੇ ਹੁੰਦਾ ਸੀਗਾ, ਜੀ ਉਹਦੇ ਤੇ ਪਰਚਾ ਦੇ ਕੇ ਨੂੰ ਬੰਦ ਕੀਤਾ ਜਾਂਦਾ ਸੀ। ਹੂੰ ਨਰਿੰਦਰ ਸਿੰਘ ਫੂਲਕਾ ਜਿਹੜੇ ਇੱਕ ਹੁੰਦੇ ਸੀ ਐਸਪੀ ਹੁੰਦੇ ਸੀ, ਕੈਪਟਨ ਅਮਰਿੰਦਰ ਸਿੰਘ ਦੇ ਮੇਰੇ ਖਿਆਲ ਵਿੱਚ ਚਾਚਾ ਜੀ ਲੱਗਦੇ ਸੀ ਜੀ। ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ, ਪੁਲਿਸ ਵਾਲੇ ਫਾਲਡੇ ਪਿੱਛੇ ਰੇਡ ਕੀਤਾ, ਭੱਠੀ ਫੜੀ ਤੋਂ ਪੈਸੇ ਲੈ ਕੇ ਆ ਗਏ। ਹੂੰ ਉਹ ਕਹਿ ਗਏ ਮੁਨਸ਼ੀ ਨੂੰ ਵੀ ਇਹਨਾਂ ਦੇ ਪਰਚਾ ਦੇ ਦਿਓ। ਅੱਛਾ ਜੀ। ਐਸਐਚਓ ਆਇਆ, ਐਸਓ ਕਹਿੰਦਾ ਜੀ ਇੱਥੇ ਐਸਪੀ ਸਾਹਿਬ ਆਏ ਸੀ, ਕਹਿੰਦੇ ਪਰਚਾ ਦੇ ਦਿਓ। ਹੂੰ ਕਹਿੰਦੇ ਕੋਈ ਗੱਲ ਦੇ ਦਿਆਂਗੇ, ਜੀ ਦੇ ਦਿਆਂਗੇ ਪਰਚਾ, ਕੋਈ ਗੱਲ ਨਹੀਂ। ਅੱਛਾ ਜੀ। ਪਰਚਾ ਨਾ ਦਿੱਤਾ। ਉਹ ਚੌਥੇ ਪੰਜਵੇਂ ਫੇਰ ਆਏ ਵੀ ਪਰਚਾ ਦੇ ਦਿੱਤਾ ਕਿ ਨਹੀਂ ਦਿੱਤਾ। ਅੱਛਾ ਜੀ। ਵੇਖੋ ਇਮਾਨਦਾਰੀ ਦੀ ਗੱਲ। ਹੂੰ ਉਹ ਕਹਿੰਦੇ ਪਰਚਾ ਕਿਉਂ ਨਹੀਂ ਦਿੱਤਾ। ਉਹ ਕਹਿੰਦੇ ਮਹਾਰਾਜ ਜੀ ਵੇਖੋ ਬੰਦੇ ਫੜੇ ਜੀ ਤੁਸੀਂ, ਹੂੰ ਜਾਂ ਤੇ ਪਰਚਾ ਤੁਹਾਡੇ ਵੱਲੋਂ ਹੁੰਦਾ ਫੇਰ ਜੀ, ਜਾਂ ਮੇਰੇ ਵੱਲੋਂ ਜਾਂ ਕਿਸੇ ਏਐਸਆਈ ਵੱਲੋਂ ਹੁੰਦਾ ਤੇ ਇਹਨਾਂ ਜਾ ਕੇ ਕੋਰਟ 'ਚ ਕਹਿਣਾ ਸੀ ਵੀ ਇਹਦੇ ਮੌਕੇ ਤੇ ਮੌਜੂਦ ਨਹੀਂ ਸੀਗਾ, ਜੀ। ਅਸੀਂ ਸਾਬਤ ਨਹੀਂ ਸੀ ਕਰ ਸਕਣਾ ਉਸ ਚੀਜ਼ ਨੂੰ। ਹੂੰ ਜਾਂ ਤੇ ਪਰਚਾ ਤੁਸੀਂ ਦੇ ਦਿਓ, ਅਸੀਂ ਥਾਣੇਦਾਰ ਤੇ ਮੇਰੇ ਵੱਲੋਂ ਪਰਚਾ ਨਹੀਂ ਹੋ ਸਕਦਾ। ਜੀ। ਕਹਿੰਦੇ ਫੇਰ ਹੂੰ ਕਹਿੰਦਾ ਫਿਰ ਇਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਵੀ 1 ਮਹੀਨਾ ਇੱਕ ਬੰਦਾ ਰੋਜ਼ ਪਹਿਰੇ ਤੇ ਰਹੇਗਾ, ਕਿਤੇ ਬਾਹਰ ਨਹੀਂ ਜਾਏਗਾ। ਅੱਛਾ ਜੀ। ਅੰਦਰ ਹੀ ਦੂਜੇ ਨੂੰ ਕਹਿੰਦਾ ਵੀ ਜਿੰਨੇ ਚ ਜਿਹੜੇ ਸਮਨ ਤੂੰ ਤਮੀਲ ਕੋਲੇ ਮਹੀਨਾ ਪਰ ਤੂੰ ਕੋਈ ਕੰਮ ਨਹੀਂ ਕਰਨਾ, ਹੂੰ ਉਹਨੂੰ ਸਜ਼ਾ ਦੇ ਦਿੱਤੀ ਹੈ। ਜੀ। ਇਸ ਕਰਕੇ ਵੇਖੋ ਉਹਨੇ ਇੰਨੀ ਐਸਐਚ ਨੇ ਕਿਹਾ ਐਸਪੀ ਨੂੰ ਤੁਸੀਂ ਪਰਚਾ ਦਿਓ ਆਪਣੇ ਲੋਕ, ਕੋਈ ਗੱਲ ਹਾਂ ਦੇ ਦਿਓ। ਉਹ ਇਨਸਾਫ ਸੀਗਾ। ਹੂੰ ਹੁਣ ਤੇ ਝੂਠੇ ਪਰਚੇ ਕਾਲੀਆਂ ਦੇ ਟਾਈਮ ਦੇ ਉੱਤੇ ਕੱਲ ਮੈਂ ਇੱਕ ਸੁਣ ਰਿਹਾ ਸੀ ਕਿ ਬੰਦੇ ਨੇ ਅੱਗੇ ਰੋ ਰੋ ਕੇ ਹਾਲ ਦੱਸਿਆ ਵੀ ਮੈਨੂੰ 10 ਸਾਲ ਸਜ਼ਾ ਨਾ ਖਾਮਖਾ ਕਟਾਈ, ਦੱਸੋ। ਪੋਲੀਟੀਕਲ ਵੈਂਡੇਟਾ ਕਰਕੇ। ਹੂੰ ਕੀ ਕਰਦੇ ਆ ਜਿਹੜੀਆਂ ਗੋਲੀਆਂ ਹੁੰਦੀਆਂ ਜਿਹੜੀਆਂ ਆਪਣੀਆਂ ਐਕਸਪਾਇਰ ਹੁੰਦੀਆਂ ਨੰਬਰ ਤੇ ਲੱਗਦੀਆਂ, ਹਾਂ ਉਹ ਪੀਸ ਦੇ ਪਾਊਡਰ ਬਣਾ ਲੈਂਦੇ ਆ। ਹਾਂ ਬਾਅਦ ਦੇ ਵਿੱਚ ਅਗਲਾ ਤੜਫੀ ਜਾਊ ਵੀ ਕਿੱਧਰ ਨੂੰ ਕਿੱਧਰ ਜਾਂਦੀ ਹੈ। ਹਾਂ ਤੇ 10 ਸਾਲ ਸਜ਼ਾ ਕੱਟ ਕੇ ਕਹਿੰਦਾ ਮੈਂ ਵਿਦੇਸ਼ ਜਾ ਕੇ ਬੈਠਾ ਹੁਣ ਬੜੀ ਮੁਸ਼ਕਲ ਨਾਲ ਉੱਥੋਂ, ਹੂੰ ਤੇ ਮੇਰੇ ਤੇ ਪਚੱਤਾ ਸੀ ਤੇ ਉਹਦੀ ਵਾਈਡਿੰਗ ਸੀਗਾ ਹੂੰ ਵੀ ਅਕਾਲੀਆਂ ਨੇ 3 ਲੱਖ ਬੰਦਿਆਂ ਤੇ ਝੂਠੇ ਕੇਸ ਦਰਜ ਕੀਤੇ। 10 ਸਾਲ ਸਾਨੂੰ ਅਸੀਂ ਨਹੀਂ ਕਹਿ ਰਹੇ, ਉਹ ਬੰਦਾ ਕਹਿ ਰਿਹਾ ਸੀ। ਹੂੰ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਕੁ ਕੇਸ ਖਾਰਜ ਕੀਤੇ, ਚਲੋ ਚੰਗੀ ਗੱਲ ਹੈ ਵੀ ਝੂਠੇ ਕੇਸ ਜਿਹੜੇ ਸੀ ਪੋਲੀਟੀਕਲ ਵੈਂਡੇਟ ਦਰਜ ਕੀਤੇ ਸੀ ਖਾਰਜ, ਤੇ ਚੰਗੀ ਗੱਲ ਸੀ। ਹੂੰ ਲੇਕਿਨ ਜਿਹੜੇ ਬੰਦੇ ਝੂਠੇ ਕੇਸਾਂ ਚ ਅੰਦਰ ਗਏ ਨੇ, ਕਿ ਉਹ ਜਿਹੜੇ ਪੁਲਿਸ ਵਾਲੇ ਝੂਠੇ ਦਰਜ ਕੀਤੇ ਕੇਸ ਉਹ ਸਜ਼ਾ ਦੇ ਹੱਕਦਾਰ ਨਹੀਂ? ਬਿਲਕੁਲ ਹੈਗੇ ਜੀ। ਲੇਕਿਨ ਸਜ਼ਾ ਦੇਵੇ ਕੋ ਢਾਂਚਾ ਹੀ ਖਰਾਬ ਹੋ ਗਿਆ ਹੋ ਜਾਏ। ਹੂੰ ਹੁਣ ਤੇ ਅਗਲੇ ਨੂੰ ਕਹਿੰਦੇ ਭਾਈ ਤੂੰ ਬਹਿਣਾ ਕਿ ਨਹੀਂ ਬਹਿਣਾ। ਐਸਜੀਪੀਸੀ ਦੀਆਂ ਚੋਣਾਂ ਸੀਗੀਆਂ ਜਦੋਂ 2012 ਚ ਹੋਈਆਂ, 11 ਚ ਹੋਈਆਂ, ਹੂੰ ਕਾਲੀਆਂ ਦੀ ਸਰਕਾਰ ਸੀ। ਅੱਛਾ ਜੀ। ਅੰਮ੍ਰਿਤਸਰ ਦੇ ਸੈਂਟਰਲ ਹਲਕੇ ਤੋਂ ਬਕਾਇਦਾ ਤੌਰ ਤੇ ਜਿਹੜਾ ਸੀ ਇੱਕ ਅਵਤਾਰ ਸਿੰਘ ਤੂਫਾਨ ਖਲੋ ਗਿਆ। ਅੱਛਾ ਜੀ। ਉਹ ਖਲੋਤਾ ਸੀ ਬਾਦਲ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਮਹਿਤਾ ਦੇ ਖਿਲਾਫ। ਓਕੇ। ਉਹਦੇ ਘਰ ਥਾਣੇਦਾਰ ਗਿਆ, ਕਹਿੰਦਾ ਗੱਲ ਸੁਣੋ, ਹੂੰ ਆਹ ਕੁੜੀ ਮੇਰੇ ਕੋਲ ਹੈਗੀ ਆ ਹੈਰੋਇਨ ਦੀ, ਹੂੰ ਤੇਰੇ ਤੇ ਮੁੰਡੇ ਤੇ ਪਾ ਕੇ ਛੁੱਟੂਗਾ ਅੰਦਰ, ਜੀ, ਨਹੀਂ ਤੇ ਆਪਣੇ ਕਾਗਜ਼ ਵਾਪਸ ਲੈ ਲਾ। ਹੂੰ ਕੀ ਕਰੂਗਾ ਬੰਦਾ? ਜੀ। ਉਹਨੇ ਕਾਗਜ਼ ਵਾਪਸ ਲਏ, ਬਾਕੀ ਨੂੰ ਧਮਕਾ ਕੇ ਵਾਪਸ ਲਏ ਤੇ ਉਹਨੂੰ ਸਰਬਸੰਮਤੀ ਨਾਲ ਬਰਾਤਾ ਜੀ, ਸਦਨ 'ਚ ਚੁਣਿਆ ਗਿਆ ਜੀ। ਬਸ ਆਹੀ ਕਰਦੇ ਸੀ। ਹਾਂ
ਜਦੋਂ ਇੱਥੋਂ ਤੱਕ ਤੁਹਾਡੀ ਹੋ ਗਈ, ਮੈਂ ਕੀ ਕਹੀ ਹੋਣੇ ਇਹਨਾਂ ਬਾਰੇ ਆਪਾਂ ਸ਼ਬਦ ਵਰਤਣ ਲੱਗਾ ਕੱਢਾ ਜਾ ਜੀ ਕਿ ਜੋ ਇੱਥੋਂ ਤੱਕ ਪਹੁੰਚ ਜਾਗੇ ਤੇ ਫਿਰ ਲੋਕਾਂ ਨੂੰ ਇਨਸਾਫ, ਲੋਕਾਂ ਨੇ ਫਿਰ ਆਪਣੇ ਆਪ ਹੀ ਇਹ ਤਾਂ ਤੁਸੀਂ ਨਾ ਜੇ ਕਿਤੇ ਠੇਕੇ ਵਾਲਿਆਂ ਦੇ ਦਫ਼ਤਰ ਆਨੇ ਬਹਾਨੇ ਚਲੇ ਜਾਓ। ਮੇਰਾ ਕੈਮਰਾ ਨਹੀਂ ਚੱਲਿਆ ਸੀ, ਮੈਂ ਇੱਕ ਠੇਕੇ ਵਾਲਿਆਂ ਦੇ ਦਫ਼ਤਰ ਗਿਆ, ਉੱਥੇ ਹਰਿਆਣੇ ਦੀ ਸ਼ਰਾਬ ਪਈ ਤੇ ਪੁਲਿਸ ਵਾਲਿਆਂ ਨੇ ਇੱਕ ਫੋਨ ਆ ਗਿਆ ਜੀ ਪੁਲਿਸ ਵਾਲਿਆਂ ਦੇ, ਜੀ ਫਲਾਨੇ ਦੇ ਸ਼ਰਾਬ ਘੱਟ ਪਈ ਹੈ, ਕਹਿੰਦੇ 5 ਪੇਟੀਆਂ ਸਾਡੇ ਕੋਲ ਲੈ ਜਾਓ, ਚੱਕ ਕੇ ਉਹ ਪਾ ਦਿਓ। ਲੋ ਜੀ ਤੁਸੀਂ ਕੀ ਕਰੇ ਬੰਦਾ ਉੱਥੇ? ਹਾਂ ਦੱਸੋ। ਤੇ ਹੁਣ ਇਹ ਹਾਲਾਤ ਨੇ, ਜੇ ਤੁਸੀਂ ਅਗਾਹੇ ਬਗਾਹੇ ਅਗਲਾ ਕਹਿੰਦਾ ਯਾਰ ਚੱਲ ਚੱਜ ਦੀ ਸ਼ਰਾਬ ਹੈਗੀ ਇੱਥੋਂ ਲੈ ਲਓ, ਜਾਂ 2 ਰੁਪਏ ਸਸਤੀ ਮਿਲਦੀ ਹੈ, 2 ਬੋਤਲਾਂ ਵੀ ਲੈ ਲੈਂਦੇ, ਸਣੇ ਤੁਹਾਡੀ ਗੱਡੀ ਚੱਕ ਕੇ ਲੈ ਜਾਂਦੇ। ਸਾਹਿਬ ਹਾਂ ਇੱਕ ਮੇਰੇ ਕੋਲ ਵਾਇਸ ਮੈਸੇਜ ਆਇਆ। ਅੱਛਾ ਜੀ। ਉਹ ਕਾਲ ਸੀਗੀ, ਉਹਦੇ ਵਿੱਚ ਕੀ ਕਹਿੰਦਾ ਉਹਨੂੰ ਫੋਨ ਕਹਿੰਦਾ ਜੀ ਮੈਂ ਫਲਾਣਾ ਬੋਲਦਾ, ਕਹਿੰਦਾ ਫਲਾਣਾ, ਕਹਿੰਦਾ ਮੈਂ ਫਲਾਣਾ ਬੋਲਦਾ। ਉਹ ਕਹਿੰਦਾ ਅੱਛਾ ਅੱਛਾ। ਉਹ ਕਹਿੰਦਾ ਭਾਈ ਤੂੰ ਵੋਟ ਪਾਈ ਆ ਕਾਲੀਆਂ ਨੂੰ, ਸਾਡੇ ਪੈਸੇ ਵਾਪਸ ਕਰ ਦੇ। ਅੱਛਾ ਜੀ। ਉਹ ਕਹਿੰਦਾ ਮੈਂ ਤੁਹਾਨੂੰ ਵੋਟ ਪਾਈ ਆ। ਹਾਂ ਕਹਿੰਦਾ ਫਿਰ ਕਾਲੀਆਂ ਨੂੰ ਵਾਪਸ ਕਰ ਦੇ। ਵੀ ਉਹ ਉੱਥੇ ਇਕੱਠੇ ਹੋ ਗਏ ਨਾ ਫਿਰ ਬਾਅਦ ਫਿਰ ਇਹਨਾਂ ਨੇ ਮਲਾਈ ਹੋਣੀ ਹੈ ਨਾ, ਰੋਕੜ ਮਲਾਈ ਹੋਣੀ ਹੈ ਵੀ ਕਿਹਨੂੰ ਦਿੱਤੇ ਆ ਭਾਈ ਤੁਸੀਂ। ਬਿਲਕੁਲ ਬਿਲਕੁਲ। ਉਹ ਜਿੰਨੀ ਗੱਲ ਕਹਿੰਦਾ ਜੀ ਮੈਂ ਤਾਂ 1000 ਰੁਪਇਆ ਆਂਦਾ 1500 ਬਾਅਦ ਲੱਗੇ ਗਿਆ, ਉਹਦਾ ਮੇਰੀ ਭਜਾਈ ਲੱਗੀ, ਮੈਨੂੰ ਲੱਗ ਗਿਆ ਥੋੜੀ ਹੈਗਾ ਕੋਈ। ਤੇ ਮੈਂ ਤੁਹਾਨੂੰ ਭਾਜੀ ਮੈਂ ਵੋਟ ਤੁਹਾਨੂੰ ਪਾਈ ਆ, ਤੁਹਾਨੂੰ 1000 ਰੁਪਇਆ ਸ਼ਾਮੀ ਆ ਕੇ ਬਾਹਰ ਵਾਪਸ ਕਰ ਦੂ ਸ਼ਾਮੀ ਵੀ। ਤੇ ਮਤਲਬ ਇਹੋ ਜਿਹੀਆਂ ਗੱਲਾਂ ਹੀ ਹੋਣੀਆਂ। ਤੇ ਬਾਕੀ ਇੱਥੇ ਇਨਸਾਫ ਕੀ ਮਿਲਣਾ ਸਾਡੇ ਦੇਸ਼ ਦੇ ਵਿੱਚ ਜੀ। ਇਹ ਤਾਂ ਜੀ ਬੜਾ ਦੁੱਖ ਵਾਲਾ ਕੰਮ ਹੈ। ਬਿਲਕੁਲ ਤੁਹਾਡੀਆਂ ਕਾਲਸ ਦੀ ਉਡੀਕ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ 9216410666 ਤੇ ਲਾ ਲਈਏ ਜੀ 10 ਮਿੰਟ ਹੋਰ। ਇੱਕ ਜਿਹੜੀ ਗੱਲ ਕੀਤੀ ਸੀ ਉਹਨਾਂ ਜੀ ਖਾਲਸਾ ਜੀ ਨੇ ਹੋਰ ਕੀਤੀ ਸੀ ਜੀ, ਅਦਾਲਤਾਂ ਦੀ ਗੱਲ ਕੀਤੀ ਸੀ। ਸਮੇਧ ਸਿੰਘ ਸੈਣੀ ਨੂੰ ਬਕਾਇਦਾ ਤੌਰ ਤੇ ਕੱਲ ਹਾਈ ਕੋਰਟ ਨੇ ਕਹਿਤਾ ਵੀ ਇਹਦੇ ਜਿਹੜੇ ਪੁਰਾਣੇ ਹੁਕਮ ਨੇ 22 ਅਪ੍ਰੈਲ ਤੱਕ ਜਾਰੀ ਰਹਿਣਗੇ, ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਉਹਦਾ ਸੰਗਿਆਨ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਲਿਆ ਜੀ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਝਾੜ ਪਾਏ ਵੀ ਵਿਦਨ 2 ਵੀਕਸ ਜੀ, 2 ਹਫ਼ਤਿਆਂ ਦੇ ਵਿੱਚ ਤੁਸੀਂ ਇਹਦਾ ਫੈਸਲਾ ਕਰੋ। ਜੇ ਤੁਹਾਡੇ ਕੋਲ ਕੋਈ ਬੈਂਚ ਫੈਸਲਾ ਕਰਨ ਵਾਲਾ ਨਹੀਂ ਹੈਗਾ ਤਾਂ ਸਾਨੂੰ ਦੱਸੋ, ਬੈਂਚ ਨੂੰ ਭੇਜ ਦਿੰਦੇ। ਚੀਫ ਜਸਟਿਸ ਨੂੰ ਕਿਹਾ ਜੇ ਨਹੀਂ ਬੈਂਚ ਹੋਣਾ ਤੂੰ ਇਹ ਸੁਣਵਾਈ ਤੂੰ ਆਪ ਕਰ। 2 ਹਫ਼ਤਿਆਂ ਜਿੰਨੇ ਵੀ ਕੇਸ ਹੈ ਸੁਣਵਾਈ ਕਰਕੇ ਕਲੱਬ ਕਰਕੇ ਸਾਰੀ ਜਿਹੜੀ ਜਾਂਚ ਸੀਗੇ ਦਿੱਤੀ ਜਾਵੇ ਜੀ। ਕਹਿੰਦਾ ਬਲੈਂਕਟ ਬਿੱਲ ਕੀ ਹੁੰਦੀ ਹੈ? ਸੁਪਰੀਮ ਕੋਰਟ ਵਿੱਚ ਬਲੈਂਕਟ ਬਿੱਲ ਦੱਸੋ ਕੀ ਹੁੰਦੀ ਹੈ? ਬਲੈਂਕਟ ਬਿੱਲ ਇਸ ਕਰਕੇ ਰਮੰਨਾ ਸਾਹਿਬ ਜਿਹੜੇ ਸਾਡੇ ਚੀਫ ਜਸਟਿਸ ਨੇ ਉਹ ਕਾਫੀ ਸਟ੍ਰਿਕਟ ਇਸ ਗੱਲ ਦੇ ਉੱਤੇ ਲਿਹਾਜ਼ ਕੇ ਅਸੀਂ ਕਰਦੇ। ਤੇ ਜੇ ਹੁਣ ਸਮੇਧ ਸਿੰਘ ਸੈਣੀ ਤੇ ਇਹਨਾਂ ਸਖਤੀ ਨਾਲ ਲਾਗੂ ਕੀਤਾ ਤੇ ਹੁਣ ਹਾਈ ਕੋਰਟ ਦੀ ਜ਼ਿੰਮੇਵਾਰੀ ਬਣੇਗੀ ਕਿ ਹੁਣ ਥੋੜੀ ਸਖਤੀ ਨਾਲ ਕੰਮ ਕਰ। ਨਹੀਂ ਤਾਂ ਤੁਸੀਂ ਪਤਾ ਨਹੀਂ ਕੀ ਹੈ ਜੀ। ਆਹ ਕਹਾਣੀਆਂ ਨੇ। ਸੋ ਜੇ ਹੈ ਸਮਾਂ ਲਾ ਲਈਏ 2-4 ਮਿੰਟ। ਦੂਜੇ ਪਾਸੇ ਨਾਲ ਹੀ ਗੱਲ ਕਰੀ ਚੋਣ ਮਨੋਰਥ ਪੱਤਰ ਦੀ ਜੀ। ਹਾਂਜੀ ਉਹ ਕਰੋ ਜੀ। ਜਿਹੜੀ ਪਟੀਸ਼ਨ ਉਹ ਪਈ ਸੀ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅੱਛਾ ਜੀ, ਕਿਉਂ? ਉਹ ਕਹਿੰਦੇ ਜੀ ਇਹਦੇ ਵਿੱਚ ਤੁਸੀਂ ਪਾਰਟੀ ਕੁਲੀ 3 ਕਿ 4 ਪਾਰਟੀਆਂ ਲਿਖੀਆਂ, ਬਾਕੀ ਪਾਰਟੀਆਂ ਕਿੱਥੇ ਨੇ? ਉਹ ਵੀ ਲਿਆਓ ਜਾਂ ਤਾਂ ਸਾਰੀਆਂ ਲਿਆਓ ਜਾਂ ਚੋਣ ਮਨੋਰਥ ਪੱਤਰ ਜਿਹੜਾ ਸਰਕਾਰ ਫੈਸਲਾ ਲਵੇ। ਤੇ ਜਿਹੜੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਨੋਟਿਸ ਭੇਜਿਆ ਸੀ ਚੋਣ ਕਮਿਸ਼ਨ ਨੂੰ ਤੇ ਸਰਕਾਰ ਨੂੰ ਜੀ, ਤੇ ਮੇਰੇ ਖਿਆਲ ਸ਼ਾਇਦ ਉਹਨਾਂ ਜਵਾਬ ਕੋਈ ਦਿੱਤਾ ਤੇ ਉਹਨੇ ਆਪਣਾ ਫੈਸਲਾ ਸੁਣਾਤਾ ਵੀ ਤੁਸੀਂ ਆਪਣੇ ਲੈਵਲ ਤੇ ਆਪ ਫੈਸਲਾ ਕਰੋ। ਜੇ ਸਾਡੇ ਕੋਲ ਆਉਣ ਸਾਰੀਆਂ ਪਾਰਟੀਆਂ ਦਾ ਜੰਜਲ ਲਓ ਵੀ ਕਿੰਨੇ ਵਾਅਦੇ ਤੇ ਜੇ ਕਾਨੂੰਨੀ ਦਸਤਾਵੇਜ਼ ਬਣ ਜੇ ਤੇ ਮੈਂ ਸੋਚਦਾ ਇਹਦੋਂ ਵਧੀਆ ਗੱਲ ਕੋਈ ਹੈਗੀ ਨਹੀਂ। ਫਿਰ ਕੋਈ ਆਪਣਾ ਜਿਹੜਾ ਸਭ ਤੋਂ ਪਹਿਲਾਂ ਮੈਂ ਕਹੂੰਗਾ ਵੀ ਚਲੋ ਮੇਰੀ ਗੱਲ ਸੁਣ ਲਈ, ਕਿਉਂਕਿ ਮੈਂ 2014 ਚ ਲਿਖਿਆ ਸੀਗਾ ਵੀ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ। ਟ੍ਰਿਬਿਊਨ ਦੇ ਵਿੱਚ ਪ੍ਰਮੁੱਖਤਾ ਨਾਲ ਇਹ ਲੇਖ ਛਪਿਆ ਸੀਗਾ ਜੀ 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 ਵੀ ਕਿਸੇ ਦੀ ਜੇਬ ਚੋਂ ਤੁਸੀਂ ਧੋਖਾਧੜੀ ਨਾਲ 2 ਪੈਸੇ ਕਢਾ ਲੈਂਦੇ, ਤੁਹਾਡੇ ਤੇ ਧੋਖਾਧੜੀ ਦਾ ਮਾਮਲਾ ਦਰਜ ਹੁੰਦਾ। ਇੱਥੇ ਤਾਂ ਤੁਸੀਂ ਝੂਠ ਮਾਰ ਕੇ ਸਰਕਾਰ ਬਣਾ ਜਾਂਦੇ ਹੋ। ਮੈਂ ਕਿਹਾ ਹਾਂਜੀ ਕਿੱਡਾ ਵੱਡਾ ਧੋਖਾ ਕਰਦੇ ਹੋ ਤੁਸੀਂ। ਬਿਲਕੁਲ 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 ਬਿਲਕੁਲ। ਹਾਂ ਅਗਲੇ ਦੀਆਂ ਉਮੀਦਾਂ ਜਗਾਉਣੇ ਹੋ, ਉਮੀਦਾਂ ਜਗਾ ਕੇ ਇਦੋਂ ਵੱਡੀ ਗੱਲ ਹੋਰ ਕੀ ਹੋਊਗੀ। ਚਿੱਟ ਫੰਡ ਕੰਪਨੀ ਵਾਲਿਆਂ ਨਾਲੋਂ ਭੈੜੇ ਹੋ ਤੁਸੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਕਰਿਓ ਤੁਸੀਂ। ਬਿਲਕੁਲ ਠੀਕ ਹੈ। ਚਿੱਟ ਫੰਡ ਕੰਪਨੀ ਵਾਲਿਆਂ ਦੀਆਂ ਜਿਵੇਂ ਜਾਇਦਾਦਾਂ ਜ਼ਬਤ ਕੀਤੀਆਂ ਉਵੇਂ ਤੁਹਾਡੀਆਂ ਵੀ ਹੋਣੀਆਂ ਚਾਹੀਦੀਆਂ। ਹਾਂਜੀ ਤੇ ਉਧਰ ਜੀ ਯੂਕਰੇਨ ਬਾਰੇ ਅਪਡੇਟ ਦਿਓ ਥੋੜੀ ਜੀ ਜਾਣ ਤੋਂ ਪਹਿਲਾਂ ਜੀ। ਜਿਹੜੀ ਯੂਕਰੇਨ ਦੀ ਗੱਲ ਆ ਜੀ, ਯੂਕਰੇਨ ਬਾਰੇ ਇਹ ਕਿਹਾ ਜਾ ਰਿਹਾ ਵੀ ਜਿਹੜੀ ਰਸ਼ੀਆ ਉਹਨਾਂ ਨੇ ਬਕਾਇਦਾ ਤੌਰ ਤੇ 35% ਜਿਹੜਾ ਉਹ ਤੇ ਕਬਜ਼ਾ ਕਰ ਲਿਆ ਯੂਕਰੇਨ ਦੇ ਉੱਤੇ। ਅੱਛਾ ਜੀ।
ਤੇ ਜਿਹੜੇ ਇੰਗਲੈਂਡ ਦੇ ਸਾਡੇ ਪ੍ਰਧਾਨ ਮੰਤਰੀ ਨੇ ਕਾਫੀ ਚਿੰਤਤ ਆ, ਉਹਨਾਂ ਅੱਜ ਗੱਲ ਕੀਤੀ ਆ ਜੌਨਸਨ ਹੋਰਾਂ ਨੇ ਇਹਦੇ ਨਾਲ ਆਪਣੇ ਨਾਲ ਪੁਤੀਨ ਨਾਲ ਵੀ ਕੀਤੀ ਹੈ ਤੇ ਬਕਾਇਦਾ ਤੌਰ ਤੇ ਨਾਲ ਕੀਤੀ ਹੈ, ਜੈਲੈਂਸਕੀ ਨਾਲ ਕੀਤੀ ਹੈ ਜੀ। ਉਹਨਾਂ ਕਿਹਾ ਜੀ ਅਸੀਂ ਤਿਆਰ ਆ, ਅਸੀਂ ਤਿਆਰ ਆ, ਸਾਡੇ ਨਾਲ ਬੈਠ ਕੇ ਗੱਲ ਕਰ ਰਹੇ ਹਾਂ। ਤਿਆਰ ਦੋਵੇਂ ਤਰ੍ਹਾਂ ਨੇ, ਪਰ ਜੀ। ਫੈਸਲੇ ਨਹੀਂ ਪਹੁੰਚੇ ਕਿਸੇ ਆ ਕਿਸੇ ਦਾ ਹੌਸਲਾ ਨਹੀਂ ਪੈਂਦਾ ਵੀ ਕੀ ਕਰੀਏ। ਕਰੀ ਨਹੀਂ, ਰੂਸ ਤੇ ਗੱਲ ਤੇ ਬੈਠਾ ਵੀ ਇਹਦੇ ਤੁਹਾਨੂੰ ਪਤਾ ਇੱਕ ਰਸ਼ੀਅਨ ਅਖਬਾਰ ਨੇ ਵੀ ਲਿਖਿਆ ਅੱਜ ਜੀ, ਉਹ ਕਹਿੰਦਾ ਵੀ ਜਿਹੜਾ ਸਾਡਾ ਰਾਸ਼ਟਰਪਤੀ ਪੁਤੀਨ ਆ ਉਹਦੇ ਇਹ ਕੰਮ ਵੀ ਇਹਦੇ ਯੂਕਰੇਨ ਦੇ 2 ਟੁੱਟੇ ਕਰ ਦੇ। ਅੱਛਾ ਜੀ। ਜਿਹੜਾ ਪੂਰਬੀ ਹਿੱਸਾ ਪਰਲੇ ਪਾਸੇ ਤੁਰਿਆ ਰਹੇ ਨਾਟੋ ਨਾਲ ਖੜਨ ਵਾਲਾ ਪੱਛਮੀ ਹਿੱਸਾ ਸਾਡੇ ਕੋਲ ਆ ਜਾਵੇ। ਅੱਛਾ ਜੀ। ਜਿਹੜੇ ਸਾਬਕਾ ਰਾਸ਼ਟਰਪਤੀ ਇੱਥੋਂ ਕੱਢੇ ਗਏ ਸੀ, ਅੱਜ ਬੈਲਾਰੂਸ 'ਚ ਆਪਣੀ ਜਿਹੜੀ ਉਹ ਜਲਾਵਤਨ ਜ਼ਿੰਦਗੀ ਬਤੀਤ ਕਰਦੇ, ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਉੱਥੋਂ ਦੇ ਪੁਤੀਨ ਹੋਰੀ ਜੀ। ਤੇ ਰਾਸ਼ਟਰਪਤੀ ਬਣਾ ਕੇ ਤੇ ਇਹਨਾਂ ਨੂੰ ਹੱਥ ਚੋਖਾ ਬਣਾ ਲਿਆ ਆਪਣਾ। ਤੇ ਦੂਜੇ ਪਾਸੇ ਉਹ ਸਾਡੇ ਰਾਸ਼ਟਰਪਤੀ ਜੈਲੈਂਸਕੀ ਜਿਹੜੇ ਉਹ ਪੂਰੇ ਡਟੇ ਨੇ ਜੀ। ਉਹ ਕਹਿੰਦੇ ਆਖਰੀ ਅਸੀਂ ਜਿਹੜਾ ਵਾ ਦਮ ਤੱਕ ਲੜਾਂਗੇ, ਜੋ ਵੀ ਉਹ ਵੇਖੀ ਜਾਊਗੀ ਜਾਂ ਪੈਣੀ ਜਗ੍ਹਾ ਕੇ ਨਹੀਂ। ਲੇਕਿਨ ਉੱਥੇ ਜੋ ਕੁਝ ਵੀ ਹੋ ਰਿਹਾ ਬਕਾਇਦਾ ਤੌਰ ਤੇ ਸਾਡੇ ਜਿਹੜੇ ਬੱਚੇ ਨੇ ਉੱਥੇ, ਇੱਕ ਖਬਰ ਆਈ ਸੀ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ, YouTube ਚੈਨਲ ਨੇ ਦਿੱਤੀ ਸੀ ਕੱਲ ਵੀ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਪੁਤੀਨ ਦਾ ਰਾਸ਼ਟਰਪਤੀ ਨਾਲ ਵੀ ਸਾਡੇ ਬੱਚੇ ਫਸੇ ਨੇ ਉੱਥੇ ਜੀ। ਉਹ ਬੰਕਰਾਂ 'ਚ ਬੈਠੇ ਭੁੱਖੇ ਅਤੇ ਤੇ ਸਾਡੇ ਦਾ ਜਿਹੜੀ ਤੁਸੀਂ ਕਾਪਰੇਟ ਕਰੋ ਬੱਚੇ ਅਸੀਂ ਕੱਢ ਸਕੀਏ ਉੱਥੋਂ। ਕੱਲ ਇਹ ਖਬਰ ਆਈ ਸੀ ਕਿ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ 6 ਘੰਟੇ ਵਾਸਤੇ ਜੰਗਬੰਦੀ ਕਰ ਦਿਆਂਗੇ, ਤੁਸੀਂ ਆਪਣੇ ਬੱਚੇ ਕੱਢ ਲਓ। ਅੱਛਾ ਜੀ। ਲੇਕਿਨ ਅੱਜ ਇਹ ਖਬਰ ਆਈ ਹੈ ਕਿਉਂਕਿ ਜਿਹੜਾ ਉਹ ਕੀਵ ਤੋਂ ਜਿਹੜੀ ਇਹਨਾਂ ਦੀ ਹੈਗੀ ਨਾ ਰਸ਼ੀਆ ਦੀ 60 ਕਿਲੋਮੀਟਰ, ਰਮਾਨੀਆ ਜਾਓ 1700 ਕਿਲੋਮੀਟਰ ਜੀ। ਰਸ਼ੀਆ ਨੇ ਕਿਹਾ ਵੀ ਤੁਹਾਡੇ ਬੱਚੇ ਅਸੀਂ ਆਪਣੇ ਜਿਹੜੇ ਬਕਾਇਦਾ ਤੌਰ ਤੇ ਆਪਣੇ ਰਸਤੇ ਕੱਢ ਕੇ ਰੂਸ ਨਹੀਂ ਭੇਜਦੇ ਤੁਹਾਨੂੰ। ਅੱਛਾ ਜੀ। ਜੇ ਇਹ ਕਰ ਦੇਣ ਚੰਗੀ ਗੱਲ ਆ। ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਸਿਫਤ ਆ ਜੀ ਅੱਜ ਦੀ ਡੇਟ ਤੇ, ਜਿਹੜੇ ਪਹਿਲੇ ਟੌਪ ਦੇ 10-15 ਬੰਦੇ ਹੁੰਦੇ ਨਾ ਵਰਲਡ ਦੇ, ਅੱਛਾ ਜੀ। ਪ੍ਰਧਾਨ ਮੰਤਰੀ ਰਾਸ਼ਟਰ ਉਹਨਾਂ 'ਚ ਨਾਮ ਉਹਨਾਂ ਦਾ। ਅੱਛਾ ਜੀ। ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਸੁਣੀ ਜਾਂਦੀ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਜੀ। ਲੇਕਿਨ ਇਹ ਚੰਗੀ ਗੱਲ ਆ, ਅਸੀਂ ਨਿਰਪੱਖਤਾ ਦੀ ਗੱਲ ਕਰਦੇ ਹਾਂ, ਨਿਰਪੱਖ ਰਹਿ ਰਹੇ ਹਾਂ ਵੀ ਭਾਈ ਅਸੀਂ ਦੋਵਾਂ ਨੂੰ ਕਹਿ ਰਹੇ ਹਾਂ। ਪ੍ਰਧਾਨ ਮੰਤਰੀ ਸਾਹਿਬ ਨੇ ਸਿੱਧੇ ਜੈਲੈਂਸਕੀ ਨਾਲ ਗੱਲ ਕੀਤੀ ਤੇ ਪੁਤੀਨ ਨਾਲ ਗੱਲ ਕੀਤੀ, ਜੇ ਕੋਈ ਰਸਤਾ ਕੱਢੋ, ਇਹਦੇ ਸਮਝੌਤੇ ਰਸਤਾ ਕੱਢੋ ਜੀ। ਤੁਹਾਨੂੰ ਪਤਾ ਨਾ ਪੁਤੀਨ ਨੇ ਇੱਕ ਵਾਰੀ ਕਿਹਾ ਸੀ ਵੀ ਜੇ ਆਪਣੀ ਸਥਿਤੀ ਸਪਸ਼ਟ ਕਰੇ ਇੰਡੀਆ ਜਿਹੜਾ ਕਰੇ। ਹਾਂਜੀ। ਉਦੋਂ ਹੀ ਰਾਤ ਫਿਰ 25 ਮਿੰਟ ਗੱਲ ਕੀਤੀ ਸੀ ਪੁਤੀਨ ਨਾਲ, ਆਪਣੇ ਨੇ ਮੋਦੀ ਸਾਹਿਬ ਨੇ ਗੱਲ ਕੀਤੀ ਸੀ ਵੀ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ, ਅਸੀਂ ਸ਼ਾਂਤੀ ਦੀ ਗੱਲ ਕਰਾਂਗੇ। ਅਸੀਂ ਤੁਹਾਨੂੰ ਦੋਵਾਂ ਨੂੰ ਕਹਿੰਦੇ ਵੀ ਬੈਠ ਕੇ ਜੇ ਨਹੀਂ ਕੋਈ ਗੱਲ ਬਣਦੀ, ਜਦੋਂ ਇਹਨਾਂ ਕਹਿਤਾ ਸੀ ਜੀ ਬੈਲਾਰੂਸ ਦੀ ਗੱਲ ਨਹੀਂ ਕਰਾਂਗੇ, ਬੈਲਾਰੂਸ ਦਾ ਹੱਥ ਚੁੱਕਾ ਵਾ ਪੁਤੀਨ ਦਾ ਜੀ। ਮੁੜ ਕੇ ਬਾਰਡਰ ਤੇ ਗੱਲ ਹੋਈ ਸੀ, ਉਸ ਤੋਂ ਬਾਅਦ ਪੋਲੈਂਡ ਦੇ ਜਿਹੜੀ ਗੱਲਬਾਤ ਉਹਨੀ ਹੋਈ ਨਹੀਂ ਅਜੇ ਤੱਕ ਉੱਥੇ। ਉਦੋਂ ਵੀ ਇਹਨਾਂ ਕਿਹਾ ਸੀ ਵੀ ਜੇ ਨਹੀਂ ਤੇ ਅਸੀਂ ਵਿੱਚ ਐਮਿਸਰੀ ਪੈ ਜਾਂਦੇ, ਵਿਚੋਲੇ ਪੈ ਜਾਂਦੇ, ਸਾਡੇ ਕੋਲ ਵੀ ਗੱਲ ਕਰ ਲਓ ਕੋਈ ਗੱਲ। ਹਾਂ, ਗੱਲ ਸਿਆਣੀ। ਹਾਂਜੀ, ਅਸੀਂ ਗੱਲ ਕਰ ਡਿਬੇਟ ਦਿੰਦੇ ਕਿਸ ਤਰੀਕੇ ਨਾਲ ਆ ਜਾਓ ਤੁਸੀਂ। ਬੜਾ ਉਦੋਂ ਬੜੀ ਗੱਲ ਚੱਲਦੀ ਸੀ, ਜੇ ਕਿਤੇ ਗੱਲ ਹੋ ਜਾਂਦੀ ਤੇ ਪੂਰੀ ਮੀਡੀਆ ਜਿਹੜਾ ਸੀ ਕਾਫੀ ਉਹਦਾ ਜਿਹੜਾ ਮੋਰਾਲ ਉੱਚਾ ਹੋ ਜਾਂਦਾ ਇਹਨਾਂ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਵਧੀਆ ਸਟੈਂਡ ਲਿਆ ਉਹਦੇ ਤੇ ਜੀ। ਰਸ਼ੀਆ ਨਾਲ ਸੰਬੰਧ ਹੋਣ ਕਰਕੇ ਉਹਨੇ ਕਹਿਤਾ ਤੁਹਾਡੇ ਬੱਚੇ ਅਸੀਂ ਇੱਧਰ ਦੇ ਆਪਣੇ ਦੇਸ਼ ਨਹੀਂ ਕੱਢ ਦਿੰਦੇ ਕਿ ਉੱਥੋਂ ਨੇੜੇ ਪੈਂਦਾ, ਉੱਥੋਂ ਬੱਚੇ ਕੱਢ ਕੇ ਲੈ ਜਾਵਾਂਗੇ। ਲੇਕਿਨ ਸਾਡੇ ਬੱਚੇ ਜਿਹੜੇ ਆ ਹੁਣ ਇਹ ਕਹਿੰਦੇ ਆ, ਸਾਡੀ ਸਰਕਾਰ ਕਹਿ ਰਹੀ ਆ ਵੀ ਅਸੀਂ ਜਿਹੜਾ 6400 ਬੱਚਾ ਲਿਆਂਦਾ ਜੀ, ਜਿਹੜਾ ਹਿਸਾਬ ਕਿਤਾਬ ਕਰੋ 3000 ਬਣਦਾ ਸਾਰਾ। ਲੇਕਿਨ ਹੁਣ ਮੇਰੇ ਖਿਆਲ 17 ਫਲਾਈਟਾਂ ਅੱਜ ਗਈਆਂ ਸੀ ਲੈਣ ਵਾਸਤੇ ਬੱਚੇ ਕਿ ਉੱਥੋਂ ਭਰ ਕੇ ਜਿਹੜੀ ਰੋਮਾਨੀਆ ਉਹਦੇ ਕਹਿੰਦੇ ਲੁੱਟ ਅੱਡ ਹੋਈ ਜਾਂਦੀ ਹੈ, ਪੈਸੇ ਬੱਚੇ ਕਹਿੰਦੇ ਸਾਨੂੰ ਦੇਣੇ ਪੈ ਰਹੇ ਆ। ਜਹਾਜ਼ ਫੌਜੀ ਜਹਾਜ਼ ਗਏ, ਉਹਨਾਂ 'ਚ ਪਤਾ ਨਹੀਂ ਕਿਵੇਂ ਕੱਢ ਕੇ ਲਿਆਏ ਆ, ਇਹ ਵੀ ਸਮਝ ਤੋਂ ਬਾਹਰ ਹੈ। ਫੌਜੀ ਜਹਾਜ਼ ਸਾਡੇ ਕੋਲ ਜਿਹੜੇ 3 ਵੱਡੇ ਨੇ, 600 ਬੰਦਾ ਬਹਿੰਦਾ ਜਿਹਦੇ ਵਿੱਚ। ਏਅਰ ਫੋਰਸ ਜਹਾਜ਼ ਨੇ, ਉਹ ਪਹਿਲਾਂ ਵੀ ਆਪਾਂ ਵੀ ਗੱਲ ਕੀਤੀ ਪਹਿਲੇ ਦਿਨ ਵੀ ਉਹ ਜਹਾਜ਼ ਵਰਤੋਂ ਕੀਤੀ ਜਾਣੀ ਚਾਹੀਦੀ ਇਹਦੇ ਵਿੱਚ। ਇਸ ਕਰਕੇ ਚੰਗੀ ਗੱਲ ਆ। ਹੁਣ ਵੇਖੋ ਉੱਥੋਂ ਜਿਹੜੀ ਫੌਜ ਰਸ਼ੀਆ ਦੀ ਜੀ, ਉਹ ਆਮ ਲੋਕਾਂ ਦਾ ਬਚਾਅ ਵੀ ਕਰ ਰਹੀ ਹੈ। ਅੱਛਾ ਜੀ। ਹੁਣ ਇੱਕ ਸ਼ਹਿਰ ਤੇ ਉਹਨਾਂ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਤੋਂ ਬਾਅਦ 400 ਲੋਕ ਉਹਨਾਂ ਇੱਕ ਪਾਸੇ ਕੱਢੇ ਉਹਨਾਂ ਵੀ ਤੁਸੀਂ ਇਸ ਪਾਸੇ ਜੀ, ਤੁਹਾਡਾ ਕੋਈ ਕਸੂਰ ਨਹੀਂ ਹੈ। ਅੱਛਾ ਜੀ। ਉਹਨਾਂ ਨੂੰ ਰੋਟੀ ਪਾਣੀ ਦਿੱਤਾ ਵੀ ਤੁਸੀਂ ਇੱਥੇ ਆਪਣਾ ਆਰਾਮ ਕਰੋ, ਇੱਥੇ ਕਬਜ਼ਾ ਅਸੀਂ ਕਰ ਲਿਆ, ਇੱਥੇ ਕੋਈ ਬੰਬਾਰਮੈਂਟ ਦੀ ਕੋਈ ਗੋਲੀ ਨਹੀਂ ਚੱਲੇਗੀ। ਅੱਛਾ ਜੀ। ਇਸ ਕਰਕੇ ਉਹ ਵੀ ਆਪਣੇ ਲੈਵਲ ਤੇ ਕਰ ਰਹੇ। ਕਹਿੰਦੇ ਉਹ ਕਹਿੰਦੇ ਵੀ ਜੇ ਸਾਨੂੰ ਇਹ ਆਮ ਲੋਕਾਂ ਦੀ ਗੱਲ ਨਾ ਹੋਵੇ ਕਿਤੇ ਤੇ ਸਾਡੇ ਸਿਸਟਮ ਤੇ ਕਬਜ਼ਾ ਕਰਨਾ ਕੋਈ ਔਖਾ ਜਲਦੀ ਨਹੀਂ ਹੈਗਾ। ਅਸੀਂ ਆਮ ਲੋਕਾਂ ਨੂੰ ਬਚਾ ਰਹੇ ਹਾਂ ਜੀ। ਇਹ ਤਾਂ ਚਲੋ ਹਿਊਮੈਨਿਟੀ ਹੈ ਨਾ ਵੀ ਬਚਾਉਣਾ ਚਾਹੀਦਾ। ਲੇਕਿਨ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੋਏਗਾ ਰਸ਼ੀਆ ਦੇ ਵਿੱਚ ਇੱਕ ਵਾਰੀ ਚੱਲੀ ਸੀ ਮੇਖਾ ਮਿਜ਼ਾਈਲ ਕਿਹੜੀ ਚੱਲੀ ਨਾ ਭੁੱਲ ਗਿਆ ਉਹਦਾ। ਅੱਛਾ ਜੀ। ਉਹ ਚੱਲੀ ਸੀ ਤੇ ਉਹ ਜਰਮਨ ਜਾ ਕੇ ਡਿਟੈਕਟ ਹੋਈ ਸੀ
ਤੇ ਜਰਮਨ ਵਾਲੇ ਉਸ ਇਲਾਕੇ 'ਚ ਕਹਿਤਾ ਸੀ ਲੋਕਾਂ ਨੂੰ ਕਿ 3 ਦਿਨ ਕੋਈ ਘਰੋਂ ਬਾਹਰ ਨਹੀਂ ਨਿਕਲੇ। ਅੱਛਾ ਜੀ। ਇਹਨਾਂ 3 ਜਿਹੜੇ ਦੇ ਜਨਮ ਦਿਨ ਦੇ 3 ਦਿਨ ਦਾ ਅਸਰ ਇੱਥੇ ਹੈਗਾ। ਹਾਂ ਹਾਂ। ਮੇਰਾ ਬੇਟਾ ਫਿਰ ਦੱਸ ਰਿਹਾ ਸੀ ਮੈਨੂੰ ਵੀ ਆਹ ਗੱਲ ਪਾਪਾ ਹੈਗੀ ਜਦੋਂ ਕੀਤੀ ਸੀ ਹਾਂ, ਠੀਕ ਹੈ, ਬੱਚੇ ਨਵੇਂ ਵੱਧ ਪੜ੍ਹੇ ਹੁੰਦੇ ਆ। ਜਾ ਕੇ ਦੇਖੋ। ਹੂੰ ਜੀ। ਤੇ ਫਿਰ ਇੱਕ ਉਹ ਗੱਲ ਉਹਦੀ ਦੱਸ ਦਿਓ ਜੀ ਮੈਨੂੰ ਥੋੜੀ ਜੀ, ਜਿਹੜੀ ਬਲਦੇਵ ਸਿੰਘ ਸਿਰਸਾ ਨੇ ਜਿਹੜਾ ਨੋਟਿਸ ਭੇਜਿਆ ਸ਼੍ਰੋਮਣੀ ਕਮੇਟੀ ਨੂੰ। ਉਹ ਬਣਦਾ ਵੀ ਸੀ ਜੀ। ਅੱਛਾ, ਕਾਹਦਾ ਭੇਜਿਆ ਜੀ? ਬਣਦਾ ਇਸੇ ਕਰਕੇ ਬਲਦੇਵ ਸਿੰਘ ਸਿਰਸੇ ਤੋਂ ਨਾ ਇਲਜ਼ਾਮ ਲਾਇਆ ਸੀ ਕਿ ਇਹ ਮਾਹੌਲ ਨੂੰ ਖਰਾਬ ਕਰਨ ਵਾਲੇ ਨੇ ਬੰਦੇ। ਅੱਛਾ ਜੀ। ਜਦੋਂ ਕਿ ਗੁਰਚਰਨ ਸਿੰਘ ਗਰੇਵਾਲ ਤੇ ਗੁਰਬਖਸ਼ ਸਿੰਘ 2 ਮੈਂਬਰ ਨੇ, ਇਹਨਾਂ ਨੇ ਕਿਹਾ ਸੀ ਵੀ ਜਿਹੜੀ ਉਹ ਕਿਤਾਬ ਹਿੰਦੀ ਦੀ ਗੱਲ ਕਰਦੇ ਉਸ ਨੂੰ ਛਾਪੀ ਗਈ ਸੀ, ਉਹ ਜੈਕ ਕਨਿੰਗਮ ਸੀ, ਉਹਨੇ ਕਿਤਾਬ ਲਿਖੀ ਸੀ ਇੱਕ ਹਿਸਟਰੀ ਆਫ ਸੈਕਸ ਜੀ, ਉਹਦਾ ਉਲਟਾ ਕੀਤਾ ਗਿਆ ਸੀਗਾ। ਤੇ ਜੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦਾ ਪਤਾ ਕੀਤਾ ਤਾਂ ਉਹ ਕਿਤਾਬ ਬੈਨ ਕਿਉਂ ਨਹੀਂ ਕੀਤੀ ਪਹਿਲਾਂ? ਦੱਸੋ। ਪਹਿਲਾਂ ਉਹ ਕਿਤਾਬ ਬੈਨ ਕਰਨੀ ਚਾਹੀਦੀ ਵੀ ਕਿਤਾਬ ਗਲਤ ਹੈਗੀ। ਅੰਗਰੇਜ਼ਾਂ ਨੇ ਸਾਡੀ ਹਿਸਟਰੀ ਦੇ ਵਿੱਚ, ਸਾਡੇ ਗ੍ਰੰਥਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਕੁਝ ਕਰ ਨਹੀਂ ਸਕੇ ਉਹ ਜੀ, ਲੇਕਿਨ ਉਹਦੇ ਪੈਰਲਲ ਗ੍ਰੰਥ ਬਣਾ ਕੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਉਹਨੇ। ਦਰਬਾਰ ਸਾਹਿਬ ਦੇ ਵਿੱਚ ਰਾਜ ਕਰੇਗਾ ਖਾਲਸਾ, ਕੀ ਰਹੇਗਾ ਕੋਈ ਖੁਆਰ ਐਸਾ ਮਿਲੇਗੀ ਬਚੇ ਹੋਇਆ ਜਿਹੜਾ ਸੀ ਉਹ ਬੰਦ ਕਰਾਤਾ ਬੋਲਣਾ। ਅੱਛਾ, ਕਿਉਂ? ਅਸੀਂ ਅੱਜ ਤੱਕ ਸ਼ੁਰੂ ਰਾਜ ਕਰੇਗਾ ਖਾਲਸਾ, ਉਹ ਰਾਜ ਮੰਨੇ ਕਿਉਂ ਰਾਜ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਆ ਜਿਹੜਾ ਦਰਬਾਰ ਸਾਹਿਬ ਆ ਜਾਂ ਸਰੋਵਰ ਆ, ਇਹਨਾਂ ਦੀ ਸ਼ਕਤੀ ਦਾ ਕੇਂਦਰ ਆ। ਬਿਲਕੁਲ। ਮੁਗਲਾਂ ਨੂੰ ਕਿਹਾ ਸੀ ਵੀ ਜਦੋਂ ਇਹ ਇਸ਼ਨਾਨ ਕਰ ਲੈਂਦੇ ਨੇ ਤੇ ਸਰੋਵਰ ਦੇ ਵਿੱਚ, ਉਦੋਂ ਪਤਾ ਨਹੀਂ ਕਿੰਨੇ ਕੁ ਬਹਾਦਰ ਬਣ ਜਾਂਦੇ, ਸ਼ਕਤੀ ਕਿੱਥੋਂ ਆ ਜਾਂਦੀ ਇਹਨਾਂ ਦੇ ਵਿੱਚ। ਤਾਈਓ ਤੇ ਪੂਰਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ, ਤਾਈ ਤੇ ਦਰਬਾਰ ਢਾਇਆ ਸੀ ਉਹਨੂੰ। ਤੇ ਮੁੜ ਕੇ ਸਾਡੇ ਵੀ ਕੰਮ ਵੇਖ ਲਓ, ਅਬਦਾਲੀ ਤੇ ਹਮਲਾ ਕੀਤਾ, ਅਬਦਾਲੀ ਨੂੰ ਭਜਾਇਆ, ਉਹਦੇ ਸੈਨਿਕ ਫੜ ਲਏ। ਅੱਛਾ ਜੀ। ਉਹਦੇ ਸੈਨਿਕ ਫੜ ਕੇ ਲਿਆ ਕੇ ਬਕਾਇਦਾ ਤੌਰ ਤੇ ਉਹਨਾਂ ਕੋਲ ਖਾਲੀ ਕਰਾਇਆ ਵੀ ਜਿੱਦਾਂ ਭਰਿਆ ਜਿੱਦਾਂ ਖਾਲੀ ਕਰੋ। ਆ ਹੁੰਦੀ ਹੈ ਨਾ ਗੱਲ। ਉਹ ਕਈ ਮਹੀਨੇ ਖਾਲੀ ਕਰਦੇ ਰਹੇ, ਢੋ ਕੇ ਜਿੱਦਾਂ ਗੰਦ ਪਿਲ ਸੁੱਟਿਆ ਸੀ ਕੱਢ ਕੇ ਬਾਹਰ ਸੁੱਟਦੇ ਰਹੇ ਜੀ। ਤੇ ਜਦੋਂ ਮੁੜ ਕੇ ਉਹ ਕੰਮ ਪੂਰਾ ਹੋ ਗਿਆ ਤੇ ਉਹਨਾਂ ਨੂੰ ਫਿਰ ਜਹਿਦਾ ਤੇ ਪੇਸ਼ ਕੀਤਾ ਅਕਾਲ ਤਖਤ ਦੇ ਮਹਾਰਾਜ ਨੂੰ। ਕੀ ਕਹਿੰਦਾ ਦੱਸੋ ਕੀ ਹੁਕਮ ਕਰੀਏ ਹੁਣ ਆਪਾਂ? ਕਹਿੰਦਾ ਇਹਨਾਂ ਸੇਵਾ ਬੜੀ ਕੀਤੀ, ਇਹਨੂੰ ਘਰੋਂ ਜਾਣ ਦਿਓ। ਅੱਛਾ ਜੀ। ਇਹ ਆ ਸਾਡਾ ਕਲਚਰ। ਇਸ ਕਰਕੇ ਜਿਹੜੀ ਹੈ ਨਾ ਸਾਡੀ ਜਿਹੜੀ ਇਸ ਵੇਲੇ ਆ ਇਹ ਜਿਹੜੀ ਹੈ ਸਾਡੀ ਜੋ ਕੁਝ ਚੱਲ ਰਿਹਾ ਵਾ, ਜਿਹੜੀ ਸਿਰਸਾ ਸੀਗਾ, ਸਿਰਸੇ ਨੇ ਨੋਟਿਸ ਇਸ ਗੱਲ ਦਾ ਭੇਜਿਆ ਵੀ ਜਿਹੜੀ ਗੱਲ ਤੁਸੀਂ ਕਿੰਤੂ ਕੀਤੀ, ਮੈਂ ਜਿਹੜੀ ਜੰਗ ਤੁਸੀਂ ਲੜੀ ਉਹ ਮੈਂ ਲੜਾਈ ਲੜ ਰਿਹਾ। ਜੇ ਤੁਸੀਂ ਸਪੋਰਟ ਕਰਨ ਜੋਗੇ ਨਹੀਂ, ਘੱਟੋ ਘੱਟ ਇਹ ਗੱਲ ਨਾ ਕਰੋ ਜੀ। ਜਾਂ ਤੇ ਤੁਸੀਂ ਦੱਸ ਦਿਓ ਕਿਤਾਬ ਨਹੀਂ ਛਾਪੀ, ਤੁਸੀਂ ਕਹਿੰਦੇ ਕਿਤਾਬ ਵਾਪਸ ਲਈ, ਤੇ ਕਿਤਾਬਾਂ ਮੇਰੇ ਕੋਲ ਕਿੱਥੋਂ ਆ ਗਈਆਂ ਫਿਰ? ਹਾਂਜੀ, ਉਹ ਆਪਣੀ ਗੱਲ ਤੇ ਠੀਕ ਸੀਗਾ। ਇਹਦਾ ਨੋਟਿਸ ਭੇਜਿਆ ਉਹਨੇ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਬਕਾਇਦਾ ਤੌਰ ਤੇ ਦੱਸੋ, ਮੈਂ ਕਿਹੜਾ ਮਾਹੌਲ ਖਰਾਬ ਕੀਤਾ, ਮੈਂ ਤੁਹਾਡੇ ਖਿਲਾਫ ਕੇਸ ਵੀ ਕਰੂੰਗਾ, ਤੁਹਾਨੂੰ ਅੰਦਰ ਵੀ ਕਰਾਉਂਗਾ, ਤੁਹਾਡੇ ਖਿਲਾਫ ਪਰਚਾ ਦਰਜ ਕਰਾਉਂਗਾ। ਅੱਛਾ ਜੀ। ਤੇ ਜੇ ਕਿਸਾਨ ਜਥੇਬੰਦੀਆਂ ਖਲੋਤੀਆਂ ਨਾਲ ਉਹਦੇ, ਜੇ ਦਰਖਾਸਤ ਦੀ ਜੀ ਵੀ ਨਹੀਂ, ਪਰਚਾ ਵੀ ਜੜੋ। ਅੱਛਾ, ਬਿਲਕੁਲ। ਹਾਲ ਵੀ ਕਰੀ ਨੋਟਿਸ ਦਿੱਤਾ ਵੀ ਮਾਫੀ ਮੰਗੋ ਪਹਿਲਾਂ ਤੁਸੀਂ ਆਪਣੀ ਗੱਲ ਜੀ। ਸੋ ਸ਼ੁਕਰੀਆ ਜੀ ਤੁਹਾਡਾ ਪੱਟੀ ਸਾਹਿਬ, ਮਿਹਰਬਾਨੀ। ਵੈਲਕਮ ਜੀ, ਵੈਲਕਮ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫੇਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ। ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ